तेग बहादुर जी परम किरपाला, जी परम किरपाला। श्री गुरु गोबिंद सिंह बिसाला, तरो तरा पर पुन पुन सीसा, पुन पुन सीसा। बंदो बार बार जगदीसा, एकंकारा सतगुरु ते प्रसाद सुख होए। वाहिगुरु जी की फतेह है, विघ्न विनाशन सोए। कहा बुद्ध प्रभ तुच्छ हमारी, बरन सकै महिमा जो तिहारी। हम न सकत कर सिफत तुम्हारी, आप लेहो तुम कथा सुधारी। हम न सकत कर सिफत तुम्हारी, आप लेहो तुम कथा सुधारी। सतनाम श्री वाहिगुरु साहिब जी। मंद मंद चढ़ प्रथम चलायो, फिर फेरे पुन पोइए पायो। तृतीय बार कोरा जब छेरा, दौड़ियो आस कर बेग बड़ेरा। मंद मंद चढ़ प्रथम चलायो, वाहिगुरु जी का खालसा वाहिगुरु जी की फतेह। धन धन सतगुरु चवर छतर तखत सिंहासन के मालक, गुरता गद्दी ते सोबनीक सुभाएमान। राजान राज पानान पान, देवान देव। उपमा महान जियों के मालिक, शहनशाह पिता वाली कुल आलम। सर्ब कायनात सृष्टि दे रचनायक, दसाही पातशाहियों जी के आत्मक स्वरूप। धन धन सतगुरु श्री गुरु ग्रंथ साहिब जी महाराज, जिन्हां दी अपार बख्शिश रहमत दे सदका आप सरबत संगतां अमर शहीद धन धन बाबा दीप सिंह जी, तिन्हां दे पावन पवित्र स्थान गुरुद्वारा शहीदगंज विखे नतमस्तक हो रहे हो। वड भागे हो जिन्हां नूं गुरु की संगत प्राप्त हो रही है। वड्डियां भागां दी निशानी है कि आप सरबत संगतां सतगुरु जियां दे दर्शन दीदार कर रहे हो। आप सरबत संगतां ने संगती रूप दे अंदर सतगुरु जियां दी पावन पवित्र गुरबाणी दा जाप कीता है। उपरंत सरबत संगतां ने अरदास बेनती और सतगुरु जियां ने अपने पावन मुखारबिंद तो हुक्मनामे साहिब जियां दी दात बख्शिश कीती है। और जो इस लड़ीवार कथा विचार इस अस्थान की मर्यादा है,
ਆਪ ਜੀਆਂ ਨੇ ਮੂਲ ਰੂਪ ਦੇ ਅੰਦਰ ਪੰਗਤੀਆਂ ਸਰਵਣ ਕੀਤੀਆਂ ਹਨ। ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ ਔਰ ਗੁਰੂ ਚਰਨਾਂ ਪਾਸ ਸੀਸ ਝੁਕਾਈਏ। ਜਿਨ੍ਹਾਂ ਨੇ ਹਾਜ਼ਰੀ ਨਹੀਂ ਲਗਵਾਈ, ਬੜੇ ਪ੍ਰੇਮ ਸਹਿਤ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਸਿਮਰਨ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਕਰਕੇ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵੱਡ ਭਾਗੇ ਹੋ ਜੋ ਗੁਰੂ ਕੇ ਸੰਗਤ ਦੇ ਦੀਦਾਰ, ਗੁਰੂ ਸਾਹਿਬ ਜੀਆਂ ਦੇ ਦੀਦਾਰ ਕਰ ਰਹੇ ਹੋ, ਕਿਉਂਕਿ ਇਸ ਸੰਗਤ ਦੇ ਵਿੱਚ ਇਤਨੀ ਵੱਡੀ ਤਾਕਤ ਹੈ। ਮਹਾਰਾਜ ਕਹਿੰਦੇ ਭਾਵੇਂ ਇਸ ਸੰਗਤ ਦੇ ਅੰਦਰ ਪਿੰਗਲੇ ਵੀ ਕਿਉਂ ਨਾ ਆ ਜਾਣ, ਉਹ ਵੀ ਪਹਾੜਾਂ ਦੀਆਂ ਚੋਟੀਆਂ ਦੇ ਉੱਪਰ ਚੜ੍ਹ ਜਾਂਦੇ ਨੇ। ਮੂਰਖ ਆ ਜਾਣ, ਉਹ ਗਿਆਤਾ ਬਣ ਜਾਂਦੇ ਨੇ। ਇਤਨੀ ਵੱਡੀ ਕਰਾਮਾਤ ਗੁਰੂ ਕੀ ਸੰਗਤ ਦੀ ਹੈ। ਸਤਿਗੁਰੂ ਕਹਿੰਦੇ ਪਿੰਗਲ ਪਰਬਤ ਪਾਰ ਪਰੇ, ਖਲ ਚਤੁਰਬ ਕੀਤਾ, ਅੰਦੁਲੇ ਤ੍ਰਿਭਵਨ ਸੂਝਿਆ, ਗੁਰ ਭੇਟ ਪੁਨੀਤਾ। ਤੇ ਕੇਵਲ ਇਹੀ ਬਚਨ ਕਰਦੇ, ਇਹ ਮਹਿਮਾ ਜਿਹੜੀ ਹੈ ਇਹ ਗੁਰੂ ਦੀ ਸੰਗਤ ਦੀ ਹੈ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ। ਤੇ ਸਾਧ ਸੰਗਤ ਜੀ, ਆਪਾਂ ਹਰ ਰੋਜ਼ ਸੰਧਿਆ ਵੇਲੇ ਸਰਵਣ ਕਰਦੇ ਹਾਂ, ਪੜ੍ਹਦੇ ਹਾਂ, ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਗੁਰੂ ਕੀ ਸੰਗਤ ਵਿੱਚ ਆ ਜਾਵੇ ਭਾਈ, ਉਹ ਇਸ ਸੰਸਾਰ ਤੋਂ ਤਰ ਜਾਂਦਾ ਹੈ। ਉਹਦੇ ਭਾਗ ਜਿਹੜੇ ਹਨ ਉਹ ਉੱਤਮ ਬਣ ਜਾਂਦੇ ਹਨ। ਆਪ ਸਰਬੱਤ ਸੰਗਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਪਰ ਨਮਸਕਾਰਾਂ ਕਰ ਰਹੇ ਹੋ। ਆਓ ਬੜੇ ਪ੍ਰੇਮ ਸਹਿਤ ਜੋ ਲੜੀਵਾਰ ਕਥਾ ਵਿਚਾਰ ਚੱਲਦੀ ਹੈ, ਕੱਲ ਆਪ ਜੀਆਂ ਨੇ ਲਾਈਵ ਟੈਲੀਕਾਸਟ ਰਾਹੀਂ ਘਰਾਂ ਦੇ ਵਿੱਚ ਬੈਠ ਕਰਕੇ ਜਾਂ ਨਿਤਾ ਪ੍ਰਤੀ ਜਿਹੜੀਆਂ ਸੰਗਤਾਂ ਗੁਰੂ ਕੀਆਂ ਵਿਚਾਰਾਂ ਨੂੰ ਸਰਵਣ ਕਰਨ ਵਾਸਤੇ ਹਾਜ਼ਰੀ ਲਗਵਾਉਂਦੀਆਂ ਹਨ, ਉਹਨਾਂ ਨੇ ਪਿਛਲੀ ਕਥਾ ਦੇ ਅੰਦਰ ਇਹ ਸਰਵਣ ਕੀਤਾ ਹੈ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਸਿੱਖਾਂ ਨੂੰ ਬਖਸ਼ਿਸ਼ਾਂ ਦੇ ਰਹੇ ਹਨ। ਪੈਂਦੇ ਖਾਂ ਸਤਿਗੁਰੂ ਜੀਆਂ ਕੋਲੋਂ ਬਖਸ਼ਿਸ਼ਾਂ ਪ੍ਰਾਪਤ ਕਰ ਰਿਹਾ ਹੈ। ਬਾਬਾ ਗੁਰਦਿੱਤਾ ਜੀ ਨੂੰ ਸਤਿਗੁਰੂ ਜੀ ਬਖਸ਼ਿਸ਼ਾਂ ਦੇ ਰਹੇ ਹਨ। ਆਓ ਅਗਲੇਰੀ ਕਥਾ ਜਿਹੜੀ ਹੈ ਸਰਵਣ ਕਰਨਾ ਕਰੀਏ ਜੀ। ਮੰਦ ਮੰਦ ਚੜ ਪ੍ਰਥਮ ਚਲਾਇਓ, ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਿੰਨਾਂ ਪਾਸ ਸਿੱਖ ਦੂਰ ਦੁਰਾਡਿਆਂ ਤੋਂ ਚੱਲ ਕਰਕੇ ਆਏ। ਉਹਨਾਂ ਨੇ ਸਤਿਗੁਰੂ ਜੀਆਂ ਨੂੰ ਆਣ ਕਰਕੇ ਬੜਾ ਅਤੀ ਬਲਵਾਨ ਘੋੜਾ ਜਿਹੜਾ ਹੈ ਉਹ ਭੇਟਾ ਕੀਤਾ। ਸਤਿਗੁਰੂ ਜੀਆਂ ਨੂੰ ਬੜੀ ਸੁੰਦਰ ਪੋਸ਼ਾਕ ਜਿਹੜੀ ਹੈ ਉਹ ਪਹਿਨਾਈ। ਢਾਲ ਕਿਰਪਾਨਾਂ ਆਦਿਕ ਸਿੱਖਾਂ ਨੇ ਸਤਿਗੁਰੂ ਜੀਆਂ ਨੂੰ ਭੇਟਾ ਕੀਤੀਆਂ। ਪ੍ਰੇਮ ਦੇ ਵਿੱਚ ਸਤਿਗੁਰੂ ਜੀਆਂ ਨੂੰ ਇਹ ਵਸਤਾਂ ਭੇਟਾ ਕਰਦੇ ਨੇ। ਔਰ ਕੋਲ ਖੜੇ ਨੇ ਸਾਧ ਸੰਗਤ ਜੀ, ਬਾਬਾ ਗੁਰਦਿੱਤਾ ਜੀ। ਔਰ ਬਾਬਾ ਗੁਰਦਿੱਤਾ ਜੀ ਦੇ ਨਾਲ ਨਾਲ ਇਹ ਜਿਹੜਾ ਪੈਂਦਾ ਖਾਂ ਹੈ ਇਹ ਕੋਲ ਖੜਿਆ ਹੈ। ਜਦੋਂ ਸਤਿਗੁਰੂ ਜੀਆਂ ਨੂੰ ਭੇਟਾ ਵਜੋਂ ਘੋੜਾ ਪ੍ਰਾਪਤ ਹੋਇਆ, ਸਿੱਖਾਂ ਨੇ ਨਮਸਕਾਰ ਕੀਤੀ। ਇਹਦੇ ਮਨ ਦੇ ਵਿੱਚ ਆਇਆ, ਜੇ ਕਿਤੇ ਘੋੜਾ ਸਤਿਗੁਰੂ ਜੀ ਮੈਨੂੰ ਦੇ ਦੇਣ ਤਾਂ ਬੜਾ ਵਧੀਆ ਹੋਵੇ। ਸਾਧ ਸੰਗਤ ਜੀ, ਅੰਤਰਜਾਮੀ ਪਿਤਾ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਪੈਂਦੇ ਖਾਂ ਤੈਨੂੰ ਘੋੜਾ ਚੰਗਾ ਲੱਗਾ ਹੈ ਤੇ ਲੈ ਇਹ ਘੋੜਾ ਤੈਨੂੰ ਅਸਾਂ ਦੇ ਦਿੱਤਾ। ਪੈਂਦੇ ਖਾਂ ਨੂੰ ਘੋੜਾ ਦਿੱਤਾ।
ਸਾਧ ਸੰਗਤ ਜੀ ਪੈਂਦੇ ਖਾਂ ਬੜਾ ਖੁਸ਼ ਹੋਇਆ। ਮਹਾਰਾਜ ਜੀਆਂ ਨੇ ਉਹ ਇਸ ਪੈਂਦੇ ਖਾਂ ਨੂੰ ਘੋੜਾ ਜਦੋਂ ਬਖਸ਼ਿਸ਼ ਕੀਤਾ, ਫਿਰ ਸਤਿਗੁਰੂ ਜੀਆਂ ਨੇ ਘੋੜਾ ਬਖਸ਼ਿਸ਼ ਕੀਤਾ ਜਦੋਂ, ਤੇ ਪੈਂਦੇ ਖਾਂ ਘੋੜੇ ਦੇ ਉੱਪਰ ਸਵਾਰ ਹੋਇਆ। ਮੰਦ ਮੰਦ ਚੜ ਪ੍ਰਥਮ ਚਲਾਇਓ, ਘੋੜੇ ਦੇ ਉੱਪਰ ਚੜ ਕਰਕੇ ਔਰ ਹੌਲੀ ਹੌਲੀ ਘੋੜਾ ਜਿਹੜਾ ਹੈ ਉਹਨੂੰ ਤੋਰਨ ਲੱਗਾ ਹੈ। ਫਿਰ ਫੇਰੇ ਪੁਨ ਪੋਈਏ ਪਾਇਓ, ਫਿਰ ਇਹਨੇ ਹੌਲੀ ਹੌਲੀ ਘੋੜੇ ਨੂੰ ਤੋਰ ਕਰਕੇ ਤੇ ਪਹੀਏ ਦੇ ਉੱਪਰ ਪਾ ਦਿੱਤਾ, ਪਹੇ ਦੇ ਉੱਪਰ ਪਾਇਆ ਹੈ। ਤਿਰਤੀਏ ਬਾਰ ਘੋੜਾ ਜਬ ਛੇਰਾ, ਜਦੋਂ ਇਹਨੇ ਤੀਜੀ ਵਾਰੀ ਫਿਰ ਘੋੜੇ ਨੂੰ ਛੇੜਿਆ ਹੈ, ਤੀਜੀ ਵਾਰੀ ਘੋੜੇ ਨੂੰ ਅੱਡੀ ਲਾਈ ਹੈ। ਦੌੜਿਓ ਆਸ ਕਰ ਬੇਗ ਵਡੇਰਾ, ਫਿਰ ਇਹ ਘੋੜਾ ਬੜੀ ਫੁਰਤੀ ਦੇ ਨਾਲ, ਤੇਜ਼ੀ ਦੇ ਨਾਲ ਦੌੜਿਆ ਹੈ। ਪੌਣ ਗਾਉਨ ਕੋ ਪਾਵਤ ਪਾਛੈ, ਇਹ ਜਦੋਂ ਘੋੜਾ ਤੇਜ਼ੀ ਦੇ ਨਾਲ ਦੌੜਿਆ ਹੈ ਨਾ, ਜਿਵੇਂ ਹਵਾ ਹੈ ਨਾ ਸਾਧ ਸੰਗਤ, ਇਹਨੂੰ ਕੋਈ ਪਿੱਛੇ ਨਹੀਂ ਛੱਡ ਸਕਦਾ। ਪਰ ਇਤਨਾ ਇਹ ਬਲਵਾਨ ਘੋੜਾ ਹੈ, ਜਦੋਂ ਇਹ ਦੌੜਿਆ ਹੈ ਇਹ ਹਵਾ ਨੂੰ ਪਿੱਛੇ ਛੱਡਦਾ ਜਾਂਦਾ ਹੈ। ਬਪੋਰੇ ਹਰਨ ਕੇ ਸਮਤਾ ਬਾਂਛੈ, ਹਿਰਨ ਬਹੁਤ ਤੇਜ਼ ਦੌੜਦਾ ਹੈ, ਉਹਦੀ ਦੌੜ ਦੀ ਰੀਸ ਉਹਦੇ ਜਿਤਨਾ ਤੇਜ਼ ਕੋਈ ਭੱਜ ਨਹੀਂ ਸਕਦਾ। ਪਰ ਹਿਰਨ ਵਿਚਾਰੇ ਇਸ ਘੋੜੇ ਦੀ ਬਰਾਬਰਤਾ ਕਿੱਥੇ ਕਰ ਸਕਦੇ ਸੀ। ਠੌਰ ਅਦ੍ਰਿਸ਼ਟ ਵਿਖੇ ਚੱਲ ਜਾਣੇ, ਜਦੋਂ ਸਾਧ ਸੰਗਤ ਜੀ ਇਹ ਘੋੜਾ ਦੌੜਦਾ ਸੀ ਨਾ, ਤੇ ਇੰਨੀ ਝਟਪਟ ਹੀ ਅੱਖਾਂ ਤੋਂ ਦੂਰ ਹੋ ਜਾਂਦਾ ਸੀ। ਮਨ ਕੋ ਮਨਹੁ ਸਿਖਾਵਣ ਠਾਨੇ, ਇਤਨੀ ਤੇਜ਼ੀ ਦੇ ਨਾਲ ਫਿਰ ਇਹ ਘੋੜਾ ਦੌੜਦਾ ਹੈ ਕਿ ਜਿਵੇਂ ਮਨ ਨੂੰ ਵੀ ਤੇਜ਼ੀ ਸਿਖਾ ਰਿਹਾ ਹੋਵੇ। ਨੈਣ ਨਾਗਰੀ ਕੇਰ ਸਰੀਖੇ, ਸਾਧ ਸੰਗਤ ਜਿਵੇਂ ਇੱਕ ਇਸਤਰੀ ਦੇ ਨੇਤਰ ਹੁੰਦੇ ਹਨ ਨਾ, ਇਤਨੇ ਸੁੰਦਰ ਨੇਤਰਾਂ ਦੇ ਨਾਲੋਂ ਵੀ ਇਸ ਘੋੜੇ ਦੇ ਨੇਤਰ ਜਿਹੜੇ ਸੁੰਦਰ ਹਨ। ਪਲਟਨ ਮਨੋ ਇਸੀ ਤੇ ਸਿੱਖੇ, ਪਰ ਇਹ ਇਸਤਰੀ ਤੋਂ ਹੀ ਜਿਵੇਂ ਇਹਨੇ ਸਿੱਖੇ ਹੋਣ ਪਲਟਣੇ, ਇਹਨਾਂ ਨੂੰ ਘੁਮਾਉਣਾ ਸਿੱਖਿਆ ਹੋਵੇ। ਉੱਠੀ ਖੁਰਨ ਤੇ ਰਾਜ ਪਿਖੀ ਅੰਤ, ਜਦੋਂ ਇਤਨੀ ਤੇਜ਼ੀ ਦੇ ਨਾਲ, ਜ਼ੋਰ ਦੇ ਨਾਲ ਇਹ ਘੋੜਾ ਦੌੜਿਆ ਹੈ, ਪੈਂਦੇ ਖਾਂ ਨੇ ਦੌੜਾਇਆ ਹੈ, ਤੇ ਕਹਿੰਦੇ ਇਹਨਾਂ ਦੇ ਖੁਰਾਂ ਦੇ ਵਿੱਚੋਂ, ਇਹਨਾਂ ਦੇ ਪੌੜਾਂ ਦੇ ਵਿੱਚੋਂ ਬੜੀ ਮਿੱਟੀ ਤੇਜ਼ੀ ਦੇ ਨਾਲ ਉੱਡੀ ਹੈ। ਗਇਓ ਫੁਰਤ ਤੇ ਹੈ ਨਾ ਦਿਖੰਤ, ਬੜੀ ਫੁਰਤੀ ਦੇ ਨਾਲ ਘੋੜਾ ਅੱਗੇ ਵੱਲ ਨੂੰ ਵਧਿਆ ਹੈ ਤੇ ਦਿਖਦਾ ਨਹੀਂ ਹੈ, ਅੱਖਾਂ ਤੋਂ ਓਹਲੇ ਹੋ ਗਿਆ। ਹੇਰਤ ਸਭ ਕੇ ਮਨ ਬਿਸਮਾਨੇ, ਸਭ ਇਸ ਘੋੜੇ ਨੂੰ ਦੇਖ ਕਰਕੇ ਬੜਾ ਹੈਰਾਨ ਹੋਏ ਔਰ ਮਨ ਦੇ ਵਿੱਚ ਵੈਰਾਗ ਕਰਦੇ ਹਨ ਕਿ ਇਤਨਾ ਤੇਜ਼, ਇਤਨਾ ਬੜੀ ਘੋੜਾ, ਔਰ ਪੈਂਦੇ ਖਾਂ ਨੂੰ ਗੁਰੂ ਸਾਹਿਬ ਜੀਆਂ ਨੇ ਬਖਸ਼ਿਸ਼ ਕਰ ਦਿੱਤਾ ਹੈ। ਤੁਰੰਗ ਬੇਕੀਮਤ ਕਰਨ ਬਖਾਨੇ, ਇਹ ਫਿਰ ਘੋੜਾ ਜਦੋਂ ਤੇਜ਼ੀ ਦੇ ਨਾਲ ਦੌੜਿਆ ਹੈ ਨਾ ਸਾਧ ਸੰਗਤ ਜੀ, ਗਇਓ ਫੁਰਤ ਤੇ ਹੈ ਨਾ ਦਿਖੰਤ। ਮਹਾਰਾਜ ਇਹ ਘੋੜਾ ਇਤਨਾ ਸ਼ਕਤੀਸ਼ਾਲੀ ਹੈ ਕਿ ਨਜ਼ਰ ਹੀ ਨਹੀਂ ਆਉਂਦਾ, ਇਤਨੀ ਤੇਜ਼ੀ ਦੇ ਨਾਲ ਦੌੜਦਾ ਹੈ। ਸਤਿਗੁਰ ਦੇਖਤ ਬਾਕ ਅਲਾਇਓ, ਜਦੋਂ ਇਹ ਦੇਖਦਿਆਂ ਹੋਇਆਂ ਫਿਰ ਸਤਿਗੁਰੂ ਜੀਆਂ ਨੇ ਬਚਨ ਕੀਤਾ ਹੈ। ਵਾਓ ਵਰੋਲਾ ਹੋਏ ਜਨ ਧਾਇਓ, ਮਹਾਰਾਜ ਕਹਿੰਦੇ ਇਹ ਘੋੜਾ ਜਿਹੜਾ ਹੈ ਵਾਓ ਵਰੋਲੇ ਦੀ ਵਾਂਗੂ ਤੇਜ਼ ਦੌੜਦਾ ਹੈ। ਕਹਿੰਦੇ ਇਹ ਵਾਹ ਵਰੋਲਾ ਹੀ ਹੈ, ਇਹ ਘੋੜਾ ਨਹੀਂ, ਇਹ ਵਾਹ ਵਰੋਲਾ ਹੈ। ਇਮ ਗੁਰ ਕੋ ਕਹਿਬੋ ਸੁਣ ਸਾਰੇ, ਜਦੋਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਇਹ ਬਚਨ ਕੀਤੇ ਕਿ ਇਹ ਭਾਈ ਵਾਹ ਵਰੋਲਾ ਹੈ, ਜਦੋਂ ਸਾਰੇ ਸਿੱਖ ਲਾਗੇ ਸੁਣ ਰਹੇ ਹਨ, ਵਾਓ ਵਰੋਲਾ ਨਾਮ ਉਚਾਰੇ, ਸਾਰੇ ਸਿੱਖਾਂ ਨੇ ਜਦੋਂ ਦੇਖਿਆ ਕਿ ਸਤਿਗੁਰੂ ਜੀਆਂ ਨੇ ਇਹਦਾ ਨਾਮ ਵਾਓ ਵਰੋਲਾ ਉਚਾਰਿਆ ਹੈ, ਫਿਰ ਸਾਰੇ ਸਿੱਖ ਜਿਹੜੇ ਹਨ ਇਸ ਘੋੜੇ ਨੂੰ ਵਾਓ ਵਰੋਲਾ ਕਹਿਣ ਲੱਗੇ। ਚੌਥੀ ਬੇਰ ਤੁਰੰਗ ਫੰਦਾਇਓ, ਜਦੋਂ ਚੌਥੀ ਵਾਰ ਫਿਰ ਪੈਂਦੇ ਖਾਂ ਨੇ ਘੋੜੇ ਨੂੰ ਦੜਾਇਆ ਹੈ, ਚੌਥੀ ਵਾਰ ਜਦੋਂ ਪੈਂਦੇ ਖਾਂ ਨੇ ਘੋੜੇ ਨੂੰ ਛੇੜਿਆ ਹੈ, ਨਟ ਜਿਮ ਗਿਨ ਗਿਨ ਪਾਵ ਟਿਕਾਇਓ, ਜਦੋਂ ਪੈਂਦੇ ਖਾਂ ਨੇ ਇਹ ਘੋੜੇ ਨੂੰ ਦੜਾਇਆ, ਇਹਦੀ ਤੇਜ਼ੀ ਬੜੀ ਦੇਖੀ, ਫੁਰਤੀ ਬੜੀ ਦੇਖੀ, ਫਿਰ ਹੁਣ ਕੀ ਦੇਖਦਾ ਹੈ ਕਿ ਇਹਨੂੰ ਚੌਥੀ ਵਾਰ ਛੇੜ ਕਰਕੇ ਇਹਨੂੰ ਕਦਵਾਉਂਦਾ ਹੈ। ਨਟ ਜਿਮ ਗਿਣ ਗਿਣ ਪਾਵ ਟਿਕਾਇਓ, ਕਹਿੰਦੇ ਜਿਵੇਂ ਨਟਾਂ ਨੂੰ ਗਿਣ ਗਿਣ ਕੇ ਪੈਰ ਮਾਰਦਾ ਹੋਵੇ। ਛਾਤੀ ਸ਼ੂਬਤ ਹੈ ਪਗ ਭੌਨ, ਕਹਿੰਦੇ ਇਹ ਘੋੜੇ ਦੇ ਵਿੱਚ ਇਤਨੇ ਗੁਣ ਹਨ
ਦੋ ਆਪਣੇ ਪਹਿਲੇ ਪੌੜ ਖੜੇ ਕਰਕੇ ਛਾਤੀ ਤੱਕ ਲੈ ਜਾਂਦਾ ਹੈ। ਕਰਤ ਕੁੰਡਲੀ ਸੁੰਦਰ ਦਾਨ, ਤੇ ਦੋ ਪੈਰਾਂ ਦੇ ਨਾਲ ਬੜੀ ਸੋਹਣੀ ਤਾਂ ਦੋ ਛਾਲਾਂ ਮਾਰ ਕਰਕੇ ਕੁੰਡਲੀ ਕਰਦਾ ਪਿਆ ਹੈ ਇਹ ਘੋੜਾ। ਛੋਏ ਛੋਏ ਪਾਸ਼ਲ ਜਾਨੂ ਅਵਨੀ, ਤੇ ਜਿਹੜੇ ਇਹਦੇ ਪਿਛਲੇ ਪੈਰ ਹਨ, ਪਿਛਲੀਆਂ ਲੱਤਾਂ ਹਨ, ਉਹ ਧਰਤੀ ਨੂੰ ਹੌਲੀ ਹੌਲੀ ਸਾਧ ਸੰਗਤ ਜੀ ਛੂੰਹਦੀਆਂ ਜਾਂਦੀਆਂ ਹਨ। ਉਠ ਉਠ ਪਰਤ ਕਰਤ ਗਤ ਰਵਨੀ, ਤੇ ਫਿਰ ਇਹ ਉੱਠ ਉੱਠ ਕਰਕੇ ਛਾਲਾਂ ਮਾਰ ਮਾਰ ਕੇ ਆਪਣੇ ਜਿਹੜੇ ਕਰਤੱਵ ਹੈ, ਆਪਣੀ ਫੁਰਤੀ ਜਿਹੜੀ ਹੈ ਇਹ ਘੋੜਾ ਦਿਖਾ ਰਿਹਾ ਹੈ। ਬਹੁਰੋ ਲੰਬੀ ਛਾਰ ਕਰਾਏ, ਫਿਰ ਇਹਨੂੰ ਪੈਂਦੇ ਖਾਂ ਲੰਬੀਆਂ ਛਾਲਾਂ ਮਰਾ ਕਰਕੇ ਦੇਖਦਾ ਹੈ, ਬੜੀਆਂ ਲੰਬੀਆਂ ਛਾਲਾਂ ਇਹ ਘੋੜਾ ਜਿਹੜਾ ਮਾਰਦਾ ਹੈ। ਜਾਏ ਸੋ ਚਾਰਹੋਂ ਚਰਨ ਉਠਾਏ, ਫਿਰ ਇਹ ਚਾਰੇ ਚਰਨਾਂ ਨੂੰ ਉਠਾ ਕਰਕੇ, ਚਾਰੇ ਪੌੜਾਂ ਨੂੰ ਉਠਾ ਕਰਕੇ ਲੰਬੀ ਤੇ ਤੇਜ਼ ਛਾਲ ਮਾਰਦਾ ਪਿਆ ਹੈ। ਇਮ ਸਭ ਗੁਣ ਚੰਚਲ ਚਤੁਰਾਈ, ਇਹ ਜਿਹੜੇ ਘੋੜੇ ਦੇ ਗੁਣ ਹਨ, ਇਹਦੇ ਵਿੱਚ ਬੜੀ ਚਤੁਰਾਈ ਹੈ, ਬੜੀ ਵੀਰਤਾ ਸ਼ਕਤੀ ਹੈ। ਬਾਲ ਅਰ ਬੇਗ ਸਹਿਤ ਦਿਖ ਰਾਈ, ਇਹਦਾ ਬਲ ਜਿਹੜਾ ਹੈ ਉਹ ਬਹੁਤ ਹੀ ਭਾਰੀ ਹੈ, ਇਹਦੀ ਚਤੁਰਾਈ ਜਿਹੜੀ ਹੈ ਉਹ ਬੜੀ ਹੀ ਵਧੀਆ ਹੈ। ਗੁਰ ਸਮੀਪ ਤਬ ਆਨ ਖਰੋਵਾ, ਫਿਰ ਜਦੋਂ ਆਣ ਕਰਕੇ ਗੁਰੂ ਸਾਹਿਬ ਜੀਆਂ ਦੇ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪੈਂਦੇ ਖਾਂ ਸਨਮੁਖ ਹੋਇਆ ਹੈ। ਦੇਖਤ ਸਭ ਕੇ ਆਨੰਦ ਹੋਵਾ, ਫਿਰ ਦੇਖ ਕਰਕੇ ਸਾਰੇ ਹੀ ਆਨੰਦ ਹੋ ਗਏ, ਇਹ ਵੀ ਆਨੰਦ ਦੇ ਵਿੱਚ ਆਇਆ ਹੈ। ਗੁਰ ਪ੍ਰਸੰਨ ਹੋਏ ਕਹਿਓ ਸੁਨਾਏ, ਫਿਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੜਾ ਪ੍ਰਸੰਨ ਹੋਏ ਤੇ ਸਤਿਗੁਰੂ ਜੀ ਕਹਿਣ ਲੱਗੇ ਹਨ, ਸ਼੍ਰੀ ਗੁਰ ਦਿੱਤਾ ਪ੍ਰਾਤ ਸਿਧਾਏ। ਸਾਧ ਸੰਗਤ ਜੀ ਬਾਬਾ ਗੁਰਦਿੱਤਾ ਜੀਆਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਉਹ ਬੜਾ ਫੁਰਤੀਲਾ ਬਾਜ ਬਖਸ਼ਿਸ਼ ਕੀਤਾ ਸੀ। ਜਦੋਂ ਪੈਂਦੇ ਖਾਂ ਇਸ ਘੋੜੀ ਦੀ ਫੇਰੀ ਲਾ ਕਰਕੇ ਵਾਪਸ ਆ ਗਿਆ, ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਘੋੜੇ ਦੀ ਫੁਰਤੀ ਦੇਖ ਕਰਕੇ, ਪੈਂਦੇ ਖਾਂ ਦੀ ਸਵਾਰੀ ਦੇਖ ਕਰਕੇ। ਤੇ ਹੁਣ ਜਦੋਂ ਆਣ ਕਰਕੇ ਬਾਬਾ ਗੁਰਦਿੱਤਾ ਜੀ ਕੋਲ ਨੇ, ਇਹ ਪੈਂਦੇ ਖਾਂ ਕੋਲ ਹੈ, ਸਤਿਗੁਰੂ ਜੀ ਬਚਨ ਕਰਦੇ ਹਨ ਕਿ ਬਾਬਾ ਗੁਰਦਿੱਤਾ ਜੀ ਹੁਣ ਸਵੇਰੇ ਸ਼ਿਕਾਰ ਖੇਡਣ ਵਾਸਤੇ ਜਾਣਗੇ। ਹਿਤ ਅਖੇਰ ਕੇ ਸੰਗ ਚੜੀਜੈ, ਕਹਿੰਦੇ ਇਹ ਸ਼ਿਕਾਰ ਨੂੰ ਜਾਣਗੇ, ਘੋੜੇ ਦੇ ਉੱਪਰ ਨਾਲ ਇਹਨਾਂ ਨੂੰ ਲੈ ਕਰਕੇ ਜਾਣਾ ਹੈ। ਬਾਜ਼ ਬਿਹੰਗਣ ਪਰ ਖੀਜੈ, ਕਹਿੰਦੇ ਹੁਣ ਇਸ ਬਾਜ ਦੀ ਪਰਖ ਕਰਾਂਗੇ, ਪੰਛੀਆਂ ਨੂੰ ਉੱਪਰ ਛੱਡ ਕਰਕੇ ਇਸ ਬਾਜ ਦੀ ਪਰਖ ਕੀਤੀ ਜਾਵੇਗੀ ਕਿ ਇਹ ਕਿਵੇਂ ਸ਼ਿਕਾਰ ਕਰਦਾ ਹੈ। ਆਬ ਤੂੰ ਸਦਨ ਜਾਹੋ ਸੁਖ ਪਾਏ, ਹੁਣ ਸਤਿਗੁਰੂ ਜੀ ਕਹਿਣ ਲੱਗੇ, ਹੁਣ ਭਾਈ ਤੁਸੀਂ ਜਾਵੋ, ਜਾ ਕਰਕੇ ਸੁਖ ਪ੍ਰਾਪਤ ਕਰੋ, ਆਨੰਦ ਮਾਣੋ। ਭੋਰ ਅਰੁੱਢੋ ਸੰਗ ਸਿਧਾਏ, ਕਹਿਣ ਲੱਗੇ ਹੁਣ ਤੁਸੀਂ ਵਾਪਸ ਚਲੇ ਜਾਓ, ਜਾ ਕਰਕੇ ਵਿਸ਼ਰਾਮ ਕਰੋ। ਪੈਂਦ ਖਾਨ ਕੀਨਸ ਪੁਨ ਨਮੋ, ਫਿਰ ਪੜਨਾ ਕਰੋ ਜੀ। ਪੈਂਦ ਖਾਨ ਕੀਨਸ ਪੁਨ ਨਮੋ, ਫਿਰ ਪੈਂਦੇ ਖਾਨ ਜਿਹੜਾ ਹੈ ਇਹ ਗੁਰੂ ਸਾਹਿਬ ਜੀਆਂ ਨੂੰ ਜਾਣ ਲੱਗਿਆ ਨਮਸਕਾਰ ਕਰਦਾ ਹੈ, ਬੰਦਨਾ ਡੰਡੌਤਾਂ ਕਰਦਾ ਹੈ। ਹਰਕਤ ਗਮਨ ਕਰਿਓ ਹਿਤ ਸਮ, ਇਹ ਬੜੀ ਖੁਸ਼ੀ ਦੇ ਵਿੱਚ ਸਤਿਗੁਰੂ ਜੀਆਂ ਨੂੰ ਨਮਸਕਾਰ ਕਰਦਾ ਹੋਇਆ ਵਾਪਸ ਚੱਲ ਪਿਆ ਹੈ। ਗੁਰੂ ਕਿਰਪਾ ਲਹੈ ਗਰਭ ਵਧਾਇਓ, ਇਹ ਗੁਰੂ ਸਾਹਿਬ ਜੀਆਂ ਦੀ ਦਿੱਤੀ ਹੋਈ ਕਿਰਪਾ ਹੈ ਸਾਧ ਸੰਗਤ ਜੀ। ਗੁਰੂ ਸਾਹਿਬ ਜੀਆਂ ਦੀ ਬਖਸ਼ਿਸ਼ ਕੀਤੀ ਹੈ, ਪੈਂਦੇ ਖਾਂ ਨੂੰ ਇੱਕ ਘੋੜਾ ਬਖਸ਼ਿਸ਼ ਕੀਤਾ, ਢਾਲ ਬਖਸ਼ਿਸ਼ ਕੀਤੀ, ਕਿਰਪਾਨ ਬਖਸ਼ਿਸ਼ ਕੀਤੀ, ਤੇ ਸਾਧ ਸੰਗਤ ਜੀ ਬੜੀ ਸੁੰਦਰ ਇੱਕ ਪੁਸ਼ਾਕ ਜਿਹੜੀ ਹੈ ਸਤਿਗੁਰੂ ਜੀਆਂ ਨੇ ਉਹ ਵੀ ਪੈਂਦੇ ਖਾਂ ਨੂੰ ਬਖਸ਼ਿਸ਼ ਕੀਤੀ ਹੈ। ਇਹ ਪੈਂਦਾ ਖਾਂ ਜਾਣ ਗਿਆ ਹੈ ਸਤਿਗੁਰੂ ਜੀ ਮੈਨੂੰ ਬਹੁਤ ਪਿਆਰ ਕਰਦੇ ਹਨ, ਮੇਰੇ ਉੱਪਰ ਬੜੇ ਪ੍ਰਸੰਨ ਹਨ, ਬੜਾ ਖੁਸ਼ ਹੈ, ਔਰ ਜਾਣ ਲੱਗਿਆਂ ਸਤਿਗੁਰੂ ਜੀਆਂ ਨੂੰ ਨਮਸਕਾਰਾਂ ਕਰਦਾ ਹੈ ਤੇ ਗੁਰੂ ਦੀ ਕਿਰਪਾ ਨੂੰ ਪ੍ਰਾਪਤ ਕਰਕੇ, ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ਆਪਣੇ ਮਨ ਦੇ ਵਿੱਚ ਗਰਭ ਧਾਰਨ ਕਰਦਾ ਹੈ। ਕਹਿੰਦਾ ਮੈਨੂੰ ਇਸ ਗੁਰੂ ਸਾਹਿਬ ਜੀਆਂ ਨੇ ਇਤਨੀਆਂ ਬਖਸ਼ਿਸ਼ਾਂ ਕੀਤੀਆਂ, ਮੇਰੇ ਤੋਂ ਬੜੇ ਪ੍ਰਸੰਨ ਹੈ। ਅਹੰਕਾਰ ਦੇ ਵਿੱਚ ਆਣ ਕਰਕੇ ਬਚਨ ਕਰਦਾ ਹੈ, ਮੋਸਮ ਜਗ ਮਹਿ ਅਪਰ ਨਾ ਜਾਇਓ। ਸਾਧ ਸੰਗਤ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਦਰ ਘਰ ਤੋਂ ਕੋਈ ਵੀ ਖਾਲੀ ਨਹੀਂ ਜਾਂਦਾ, ਸਤਿਗੁਰੂ ਜੀ ਝੋਲੀਆਂ ਭਰਨ ਵਾਲੇ ਹਨ, ਸਤਿਗੁਰੂ ਜੀ ਸਮਰੱਥ ਹਨ, ਪਰ ਸਤਿਗੁਰੂ ਜੀ ਦੀ ਦਿੱਤੀ ਹੋਈ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ਅਸੀਂ ਅਹੰਕਾਰ ਕਾਹਦਾ ਕਰਨਾ ਸਾਧ ਸੰਗਤ ਜੀ। ਪਰ ਇਹ ਪੈਂਦੇ ਖਾਂ ਬਖਸ਼ਿਸ਼ਾਂ ਲੈ ਕਰਕੇ ਅਹੰਕਾਰ ਦੇ ਵਿੱਚ ਆਇਆ ਹੈ
ਔਰ ਇਹ ਬਚਨ ਕਰਦਾ ਹੈ, ਮੋਹ ਸਮ ਜਗ ਮੈਂ ਅਪਰ ਨਾ ਜਾਇਓ। ਕਹਿੰਦਾ ਕਿ ਮੇਰੇ ਵਰਗਾ ਇਸ ਸੰਸਾਰ ਦੇ ਵਿੱਚ ਹੋਰ ਕੋਈ ਜੰਮਿਆ ਨਹੀਂ ਹੈ, ਮੇਰੇ ਵਰਗਾ ਹੋਰ ਕੋਈ ਇਸ ਸੰਸਾਰ ਦੇ ਵਿੱਚ ਹੋ ਹੀ ਨਹੀਂ ਸਕਦਾ ਹੈ। ਚਾਹੋ ਦੇਸ਼ ਮਹਿ ਜੋ ਵਸਤ ਅਜਾਇਬ। ਇਹ ਗੱਲਾਂ ਇਹ ਪੈਂਦੇ ਖਾਂ ਤਾਂ ਕਹਿ ਰਿਹਾ ਹੈ ਕਿਉਂਕਿ ਸਤਿਗੁਰੂ ਜੀ ਇਹਦੇ ਦਿਲ ਦੀ ਜਾਣਦੇ ਸਨ। ਇਹਦੇ ਮਨ ਦੇ ਵਿੱਚ ਸੀ ਮੈਨੂੰ ਘੋੜਾ ਪ੍ਰਾਪਤ ਹੋਵੇ। ਸਤਿਗੁਰੂ ਜੀਆਂ ਨੇ ਘੋੜਾ ਦੇ ਦਿੱਤਾ। ਇਹ ਸੋਚਦਾ ਹੈ ਗੁਰੂ ਸਾਹਿਬ ਮੈਨੂੰ ਪੋਸ਼ਾਕ ਦੇ ਦੇਣ। ਗੁਰੂ ਸਾਹਿਬ ਜੀਆਂ ਨੇ ਇਹਨੂੰ ਪੋਸ਼ਾਕ ਬਖਸ਼ਿਸ਼ ਕਰ ਦਿੱਤੀ, ਪਰ ਇਹ ਮਨ ਦੇ ਵਿੱਚ ਅਹੰਕਾਰ ਕਰਕੇ ਬੈਠ ਗਿਆ। ਕਹਿੰਦਾ ਗੁਰੂ ਸਾਹਿਬ ਜੀ ਮੈਨੂੰ ਬੜਾ ਹੀ ਵੱਡਾ ਸੂਰਮਾ ਸਮਝਦੇ ਹਨ। ਸੋ ਆਵਹਿ ਹਿਤ ਸਤਿਗੁਰ ਸਾਹਿਬ। ਤੇ ਗੁਰੂ ਸਾਹਿਬ ਜੀਆਂ ਦੇ ਕੋਲ ਜਿੰਨੀਆਂ ਵੀ ਵਸਤੂਆਂ ਆਉਂਦੀਆਂ ਹਨ, ਪੈਂਦਾ ਖਾਂ ਇਹ ਸੋਚਦਾ ਹੈ ਦੇਸ਼ ਮੈਂ ਜੋ ਵਸਤ ਅਜਾਇਬ, ਜਿਹੜੀਆਂ ਵੀ ਅਜੀਬ ਵਸਤੂਆਂ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਚਰਨਾਂ ਦੇ ਪਾਸ ਸਿੱਖ ਭੇਟਾ ਕਰਦੇ ਹਨ। ਕਹਿੰਦੇ ਸੋ ਆਵੇ ਹਿਤ ਸਤਿਗੁਰ ਸਾਹਿਬ, ਜਿੰਨੀਆਂ ਵੀ ਸਤਿਗੁਰ ਵਾਸਤੇ ਵਸਤੂਆਂ ਆਉਂਦੀਆਂ ਹਨ ਨਿਜ ਹਿਤ ਅੰਗੀਕਾਰ ਨਾ ਕਰੈ। ਪੈਂਦੇ ਖਾਂ ਇਹ ਸੋਚਦਾ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਵਸਤੂਆਂ ਨੂੰ ਅੰਗੀਕਾਰ ਨਹੀਂ ਕਰਦੇ ਹਨ। ਅਪਰ ਕਿਸੂ ਪਰ ਨਜ਼ਰ ਨਾ ਧਰੈ। ਆਪ ਵੀ ਅੰਗੀਕਾਰ ਨਹੀਂ ਕਰਦੇ ਤੇ ਕਿਸੇ ਹੋਰ ਉੱਪਰ ਵੀ ਨਜ਼ਰ ਨਹੀਂ ਧਰਦੇ ਹਨ। ਸੁਤ ਆਦਿਕ ਸਭਹਿਨ ਕਹੋ ਤਿਆਗ। ਇਹਨਾਂ ਆਪਣੇ ਪੁੱਤਰਾਂ ਨੂੰ ਵੀ ਤਿਆਗ ਕਰਕੇ, ਆਪਣੇ ਪੁੱਤਰਾਂ ਨੂੰ ਵੀ ਛੱਡ ਕਰਕੇ ਮੋਹ ਪਰ ਕਰਹਿ ਅਦਕ ਅਨੁਰਾਗ। ਇਹ ਸੋਚਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਨਾਲ ਬੜਾ ਪਿਆਰ ਪ੍ਰੇਮ ਕਰਦੇ ਹਨ। ਬਲੀ ਸੂਰਮਾ ਡੀਲ ਬਿਲੰਦ। ਇਹ ਜਾਣਦਾ ਹੈ ਕਿ ਮੈਂ ਬੜਾ ਵੱਡਾ ਸੂਰਮਾ ਹਾਂ, ਡੀਲ ਡੌਲ ਵਾਲਾ ਹਾਂ। ਮੁਝ ਕੋ ਜਨ ਹੈ ਧਰਹਿ ਆਨੰਦ। ਤਾਂ ਕਰਕੇ ਗੁਰੂ ਸਾਹਿਬ ਜੀ ਆਨੰਦ ਧਾਰਨ ਕਰਦੇ ਹਨ, ਤਾਂ ਕਰਕੇ ਮੇਰੇ ਉੱਪਰ ਬਖਸ਼ਿਸ਼ਾਂ ਕਰ ਰਹੇ ਹਨ। ਜੋ ਸਿੱਖ ਲਿਆਵਤ ਵਸਤੁਨ ਆਛੇ। ਜਿਹੜੇ ਵੀ ਸਿੱਖ ਦੂਰੋਂ ਦੂਰੋਂ ਚੱਲ ਕਰਕੇ ਆਉਂਦੇ ਹਨ, ਗੁਰੂ ਸਾਹਿਬ ਵਾਸਤੇ ਵਸਤੂਆਂ ਆਦਿਕ ਭੇਟਾ ਕਰਦੇ ਹਨ। ਸੋ ਮੁਝ ਕੋ ਦੇਵਤ ਬਿਨ ਬਾਂਛੇ। ਤੇ ਇਹ ਪੈਂਦੇ ਖਾਂ ਕਹਿੰਦਾ ਹੈ ਮੈਂ ਮੰਗਦਾ ਵੀ ਨਹੀਂ ਹਾਂ ਗੁਰੂ ਕੋਲੋਂ, ਪਰ ਗੁਰੂ ਮੈਨੂੰ ਵਸਤੂਆਂ ਤਾਂ ਵੀ ਦੇ ਦਿੰਦਾ ਹੈ। ਅਪਰ ਨ ਮੁਝ ਸਮਾਨ ਕੋ ਹੀਰੈ। ਕਹਿੰਦੇ ਮੇਰੇ ਸਮਾਨ ਗੁਰੂ ਸਾਹਿਬ ਹੋਰ ਕਿਸੇ ਨੂੰ ਵੀ ਨਹੀਂ ਸਮਝਦੇ। ਕਿਉਂ ਨਹੀਂ ਸਮਝਦੇ? ਕਿਉਂਕਿ ਮੈਂ ਬੜਾ ਵੱਡਾ ਯੋਧਾ ਹਾਂ, ਬਲੀ ਹਾਂ, ਮੇਰਾ ਡੀਲ ਡੌਲ ਬੜਾ ਉੱਤਮ ਹੈ, ਮੈਂ ਬਲਵਾਨ ਹਾਂ, ਮੇਰੇ ਸਰੀਰ ਦੇ ਅੰਦਰ ਤਾਕਤ ਹੈ। ਰਣ ਕੋ ਧਰੈ ਭਰੋਸ ਬਡੇਰੈ। ਕਹਿੰਦੇ ਇਹ ਜਾਣਦੇ ਹਨ ਕਿ ਰਣ ਦੇ ਵਿੱਚ ਜਦੋਂ ਕਿਤੇ ਪੈਂਦੇ ਖਾਂ ਨੂੰ ਪਰਖਾਂਗੇ, ਇਹਨਾਂ ਦੇ ਭਰੋਸੇ ਜਿਹੜੀ ਹੈ ਸਾਡੀ ਜੰਗ ਜਿੱਤੀ ਜਾਵੇਗੀ। ਵਿਜੈ ਇਸੀ ਤੇ ਹਮ ਕਬ ਪਾਵਹਿ। ਕਹਿੰਦੇ ਜਦੋਂ ਕਿਤੇ ਰਣ ਮੈਦਾਨ ਦੇ ਅੰਦਰ, ਰਣ ਖੇਤਰ ਦੇ ਅੰਦਰ ਜਾਵਾਂਗੇ, ਕਹਿਣ ਲੱਗੇ ਫਿਰ ਇਸ ਤੋਂ ਅਸੀਂ ਜਿੱਤ ਪ੍ਰਾਪਤ ਕਰਾਂਗੇ। ਸਾਧ ਸੰਗਤ ਜੀ, ਏਡਾ ਵੱਡਾ ਅਹੰਕਾਰ ਗੁਰੂ ਸਾਹਿਬ ਅੱਗੇ ਕਿ ਗੁਰੂ ਸਾਹਿਬ ਦਾ ਹੀ ਇਹ ਪਾਲਿਆ ਹੋਇਆ ਸੂਰਮਾ, ਗੁਰੂ ਸਾਹਿਬ ਜੀ ਦਾ ਹੀ ਤਿਆਰ ਕੀਤਾ ਹੋਇਆ ਇਹ ਸੂਰਮਾ, ਔਰ ਇਹ ਸੋਚਦਾ ਹੈ ਕਿ ਗੁਰੂ ਸਾਹਿਬ ਜੀ ਇਹ ਸੋਚਦੇ ਨੇ ਕਿ ਮੇਰੇ ਤੋਂ ਬਗੈਰ ਜਿਹੜੀ ਹੈ ਉਹ ਜੰਗ ਨਹੀਂ ਜਿੱਤੀ ਜਾਵੇਗੀ। ਇਹ ਸਮਝਦਾ ਹੈ ਗੁਰੂ ਸਾਹਿਬ ਤਾਂ ਬਖਸ਼ਿਸ਼ਾਂ ਕਰਦੇ ਹਨ। ਇਮ ਜਾਣਤ ਸ਼ੁਭ ਵਸਤ ਦਿਵਾਵਹਿ। ਕਹਿੰਦਾ ਇਹ ਜਾਣ ਕਰਕੇ ਫਿਰ ਤਾਂ ਗੁਰੂ ਸਾਹਿਬ ਜੀ ਮੈਨੂੰ ਬਖਸ਼ਿਸ਼ਾਂ ਬਖਸ਼ਦੇ ਹਨ। ਇਤਿਆਦਕ ਅਹੰਕਾਰ ਕਰੰਤਾ। ਸਾਧ ਸੰਗਤ ਜੀ, ਇਤਿਆਦਕ ਇਹ ਅਹੰਕਾਰ ਕਰਦਾ ਹੈ ਆਪਣੇ ਮਨ ਦੇ ਅੰਦਰ। ਖਾਨ ਜਾਤ ਖਨ ਹੈ ਹਰ ਖੰਤਾ। ਆਪਣੇ ਪਿੰਡ ਵੱਲ ਨੂੰ ਤੁਰਿਆ ਜਾਂਦਾ ਹੈ ਔਰ ਮਨ ਦੇ ਵਿੱਚ ਬੜਾ ਖੁਸ਼ ਹੈ, ਅਹੰਕਾਰ ਕਰਦਾ ਜਾਂਦਾ ਹੈ। ਜਿਹ ਹੰਕਾਰ ਲੰਕ ਪਤ ਮਾਰਾ। ਪਰ ਇਹ ਨਹੀਂ ਜਾਣਦਾ ਹੈ ਕਿ ਜਿਸ ਅਹੰਕਾਰ ਨੇ, ਜਿਸ ਹੰਕਾਰ ਦੇ ਕਰਕੇ ਲੰਕਾਪਤੀ ਰਾਵਣ ਜਿਹੜਾ ਹੈ ਉਹ ਵੀ ਮਾਰਿਆ ਗਿਆ ਹੈ। ਕੋਲ ਕੈਰਵ ਕੋ ਸਕਲ ਸੰਘਾਰਾ। ਤੇ ਕੈਰਵਾਂ ਦੀ ਕੁੱਲ ਦਾ ਹੰਕਾਰ ਕਰਕੇ ਨਾਸ ਹੋਇਆ ਸੀ ਨਾ। ਅਹੰਕਾਰ ਜਿਹੜਾ ਹੈ ਮਨੁੱਖ ਨੂੰ ਕਦੇ ਵਾਸਤੇ ਵੀ ਟਿਕਣ ਨਹੀਂ ਦਿੰਦਾ ਹੈ। ਹਰਨਾਕਸ਼ ਹਿਰਨਾਸ਼ ਨਾ ਰਹੇ। ਮਹਾਰਾਜ ਕਹਿੰਦੇ ਹਰਨਾਕਸ਼ ਵਰਗੇ ਜਿਹੜੇ ਹਨ, ਹਿਰਨਾਸ਼ ਵਰਗੇ ਜਿਹੜੇ ਹਨ, ਉਹ ਵੀ ਇਸ ਸੰਸਾਰ ਦੇ ਉੱਪਰ ਨਾ ਰਹੇ। ਕਿਉਂ ਨਾ ਰਹੇ? ਕਿਉਂਕਿ ਉਹਨਾਂ ਕੋਲ ਅਹੰਕਾਰ ਵਧੇਰੇ ਸੀ। ਸਾਧ ਸੰਗਤ ਜੀ, ਆਪਾਂ ਸੰਧਿਆ ਵੇਲੇ ਪੜ੍ਹਦੇ ਹਾਂ ਨਾ, ਹਰ ਜੁਗ ਜੁਗ ਭਗਤ ਉਪਾਇਆ,
ਪੈਜ ਰੱਖਦਾ ਆਇਆ RAM ਰਾਜੇ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਮਹਾਰਾਜ ਅਹੰਕਾਰੀਆਂ ਨੂੰ ਫਿਰ ਪਿੱਠ ਦਿੰਦੇ ਹਨ। ਜਿਹੜੇ ਪ੍ਰਮਾਤਮਾ ਦੀ ਆਗਿਆ ਦੇ ਵਿੱਚ, ਗੁਰੂ ਦੀ ਆਗਿਆ ਵਿੱਚ ਹਨ, ਉਹਨਾਂ ਨੂੰ ਗੁਰੂ ਸਾਹਿਬ ਗਲਵਕੜੀ ਦੇ ਵਿੱਚ ਲੈਂਦੇ। ਮਹਾਰਾਜ ਕਹਿੰਦੇ ਉਹ ਜਿਹੜੇ ਕੈਰਵ ਹਨ ਉਹ ਵੀ ਜਿਹੜੇ ਅਹੰਕਾਰ ਦੇ ਕਰਕੇ ਮਾਰੇ ਗਏ ਹਨ। ਮਰਿਓ ਸਵਾਸ ਬੀਰਜ ਜਿਸ ਲਹੇ। ਤੇ ਜਿਹੜਾ ਸਵਾਸ ਬੀਰਜ ਦੈਂਤ ਸੀ, ਜਿਹਦੇ ਸਵਾਸ ਤੋਂ ਅਨੇਕਾਂ ਹੀ ਦੈਂਤ ਜਿਹੜਾ ਜਨਮ ਲੈਂਦੇ ਸਨ, ਉਹ ਵੀ ਜਿਹੜਾ ਖਤਮ ਹੋਇਆ। ਰਕਤ ਬੀਜ ਅਰ ਸੋਂਬ ਨਿਸ਼ੋਂਬ। ਜਿਹੜਾ ਰਕਤ ਬੀਜ ਦੈਂਤ ਸੀ ਸਾਧ ਸੰਗਤ ਜੀ, ਉਹਦੇ ਰਕਤ ਤੋਂ ਲਹੂ ਤੋਂ ਪੈਦਾ ਹੋਣ ਵਾਲੇ ਜਿਹੜੇ ਦੈਂਤ ਸਨ, ਸ਼ੁੰਭ ਔਰ ਨਿਸ਼ੁੰਭ, ਜਿਹੜੇ ਇਹ ਦੋਨੋਂ ਭਰਾ ਸਨ, ਇਹ ਵੀ ਸਾਧ ਸੰਗਤ ਜੀ ਅਹੰਕਾਰ ਦੇ ਵਿੱਚ ਮਾਰੇ ਗਏ। ਕੁੰਭ ਕਾਨ ਅਰ ਕੁੰਭ ਨਿਕੁੰਭ। ਜਿਹੜਾ ਕੁੰਭਕਰਨ ਸੀ ਇਹ ਵੀ ਮਾਰਿਆ ਗਿਆ। ਨਿਕੁੰਭ ਇਹ ਕੁੰਭਕਰਨ ਦਾ ਪੁੱਤਰ ਸੀ, ਇਹ ਵੀ ਸਾਧ ਸੰਗਤ ਜੀ ਮਾਰਿਆ ਗਿਆ। ਕੇਤਕ ਇਸ ਥਲ ਕਰਹਿ ਪ੍ਰਕਾਸ਼ੇ। ਤੇ ਇਸ ਸੰਸਾਰ ਦੇ ਵਿੱਚ ਸਮੇਂ-ਸਮੇਂ ਦੇ ਅੰਦਰ ਪਤਾ ਨਹੀਂ ਕਿਤਨੇ ਕੁ ਬਲੀ ਯੋਧੇ ਸੂਰਮੇ ਆਏ ਹਨ। ਮਹਾਬਲੀ ਹੰਕਾਰ ਬਿਨਾਸੇ। ਉਹ ਬੜੇ ਬਲੀ ਸੂਰਮੇ ਸਨ, ਪਰ ਉਹਨਾਂ ਨੂੰ ਅਹੰਕਾਰ ਨੇ ਮਾਰ ਗਿਰਾਇਆ ਹੈ। ਅਹੰਕਾਰ ਦੇ ਕਰਕੇ ਸਾਧ ਸੰਗਤ ਜੀ ਉਹ ਜਿੱਤ ਨਹੀਂ ਪ੍ਰਾਪਤ ਕਰ ਸਕੇ। ਅਹੰਕਾਰ ਗੁਮਾਨ ਦੇ ਕਰਕੇ ਉਹ ਨੀਵੇਂ ਹੀ ਡਿੱਗਦੇ ਗਏ ਹਨ। ਕਹਾਂ ਬਾਪਰੋ ਪੈਂਦੇ ਖਾਨ। ਤੇ ਇਸ ਪੈਂਦੇ ਖਾਂ ਅੱਗੇ ਵਿਚਾਰੇ ਅੱਗੇ ਕੀ ਸੀ? ਇਹ ਵਿਚਾਰਾ ਪੈਂਦਾ ਖਾਂ ਫਿਰ ਕੀ ਕਰਦਾ? ਕਰਿਓ ਚਾਹਤ ਆਪਣੇ ਹੱਥ ਪ੍ਰਾਨ। ਇਹ ਫਿਰ ਆਪਣੇ ਪ੍ਰਾਣ ਜਿਹੜੇ ਹਨ ਸਾਧ ਸੰਗਤ ਜੀ, ਇਹਨੇ ਹੋਣੀ ਦੇ ਹੱਥ ਦੇ ਵਿੱਚ ਕੀਤੇ ਨੇ। ਕਿਉਂਕਿ ਬਹੁਤ ਗਰਭ ਕਰ ਮਨ ਨਾ ਰਜਾਨਾ। ਜਿਹੜਾ ਮਨੁੱਖ ਗਰਭ ਕਰਦਾ ਹੈ, ਜਿਹੜਾ ਮਨੁੱਖ ਸਾਧ ਸੰਗਤ ਜੀ ਅਹੰਕਾਰ ਕਰਦਾ ਹੈ, ਅਹੰਕਾਰ ਉਹਨੂੰ ਡੋਬ ਕੇ ਰੱਖ ਦਿੰਦਾ ਹੈ। ਕਿਉਂਕਿ ਅਹੰਕਾਰ ਕੇਵਲ ਮਾਇਆ ਦਾ ਨਹੀਂ, ਅਹੰਕਾਰ ਕੇਵਲ ਵਸਤੂਆਂ ਦਾ ਨਹੀਂ, ਅਹੰਕਾਰ ਜਿਹੜਾ ਹੈ ਉਹ ਪਦਵੀਆਂ ਦਾ ਵੀ ਹੋ ਜਾਂਦਾ ਹੈ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਆਪ ਸਰਬੱਤ ਸੰਗਤਾਂ ਜਾਪ ਕਰਕੇ ਹਟੇ ਹੋ। ਸਤਿਗੁਰੂ ਜੀ ਕਹਿੰਦੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਕਹਿੰਦੇ ਜਿਹੜੇ ਆਪਣੇ ਭਾਈ ਆਪਾ ਭਾਵ ਦੂਰ ਕਰਕੇ, ਹਉਮੈ ਨੂੰ ਦੂਰ ਕਰਕੇ, ਦਵੈਸ਼ ਭਾਵਨਾ ਨੂੰ ਦੂਰ ਕਰਕੇ ਜਿਉਂਦੇ ਹਨ, ਗੁਰੂ ਦੀ ਸੰਗਤ ਕਰਦੇ ਨੇ, ਉਹ ਭਾਈ ਸੁਖੀ ਬਸਦੇ ਨੇ। ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਸਤਿਗੁਰੂ ਕਹਿੰਦੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਜਿਹੜੇ ਵੱਡੇ ਵੱਡੇ ਅਹੰਕਾਰੀ ਲੋਕ ਨੇ ਉਹ ਕਹਿੰਦੇ ਗਰਭ ਦੇ ਵਿੱਚ, ਅਹੰਕਾਰ ਦੇ ਵਿੱਚ ਹੀ ਗਲ ਸੜ ਜਾਂਦੇ ਹਨ। ਅਹੰਕਾਰ ਕਰਕੇ ਹੀ ਸਾਧ ਸੰਗਤ ਜੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਕਿਉਂਕਿ ਗੁਰੂ ਘਰ ਦੇ ਅੰਦਰ ਅਹੰਕਾਰ ਦਾ ਬਿਲਕੁਲ ਵੀ ਥਾਂ ਨਹੀਂ। ਗੁਰੂ ਘਰ ਦੇ ਵਿੱਚ ਅਹੰਕਾਰ ਦੇ ਨਾਲ ਵੈਰ ਹੈ ਸਾਧ ਸੰਗਤ ਜੀ। ਕਿਉਂਕਿ ਇੱਥੇ ਕੇਵਲ ਔਰ ਕੇਵਲ ਦਇਆ ਹੈ, ਕੇਵਲ ਔਰ ਕੇਵਲ ਨਿਮਰਤਾ ਹੈ, ਕੇਵਲ ਔਰ ਕੇਵਲ ਪ੍ਰੀਤ ਹੈ। ਅਹੰਕਾਰਤਾ ਦੇ ਸਾਧ ਸੰਗਤ ਜੀ ਕੋਈ ਕੰਮ ਹੀ ਨਹੀਂ ਹੈ। ਜੇ ਇਸ ਮਨੁੱਖ ਦੇ ਵਿੱਚ ਅਹੰਕਾਰ ਆ ਜਾਵੇ, ਕਿਉਂਕਿ ਸਾਨੂੰ ਵਸਤੂਆਂ ਦੇਣ ਵਾਲੇ ਉਹ ਪਰਮੇਸ਼ਰ ਵਾਹਿਗੁਰੂ ਜੀ ਨੇ, ਤੇ ਅਹੰਕਾਰ ਕਿਸ ਗੱਲ ਦਾ ਸਾਧ ਸੰਗਤ ਜੀ? ਕਿਉਂਕਿ ਹਰ ਜੀਓ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਵਾਹਿਗੁਰੂ ਜੀਆਂ ਨੂੰ ਅਹੰਕਾਰ ਨਹੀਂ ਭਾਉਂਦਾ ਹੈ। ਉਸ ਪਰਮਾਤਮਾ ਵਾਹਿਗੁਰੂ ਜੀਆਂ ਨੂੰ ਅਹੰਕਾਰ ਨਹੀਂ ਚੰਗਾ ਲੱਗਦਾ। ਕਿਉਂਕਿ ਸਾਧ ਸੰਗਤ ਜੀ ਆਪਾਂ ਗੁਰੂ ਦੇ ਪਾਸੋਂ ਦਾਤਾਂ ਮੰਗਦੇ ਹਾਂ, ਗੁਰੂ ਦੇ ਪਾਸੋਂ ਦਾਤ ਪ੍ਰਾਪਤ ਕਰਕੇ, ਗੁਰੂ ਦੇ ਪਾਸੋਂ ਵਸਤੂ ਪ੍ਰਾਪਤ ਕਰਕੇ, ਤੇ ਅਸੀਂ ਆਪਣੇ ਮਨ ਦੇ ਵਿੱਚ ਅਭਿਮਾਨ ਕਰੀਏ, ਆਪਣੇ ਮਨ ਦੇ ਵਿੱਚ ਅਹੰਕਾਰ ਕਰੀਏ, ਇਹ ਕਿੱਡੀ ਕੁ ਉੱਤਮ ਬਾਤ ਹੈ। ਕਿਉਂਕਿ ਕੇਵਲ ਸਾਨੂੰ ਉਹ ਪਰਮਾਤਮਾ ਵਾਹਿਗੁਰੂ ਦੇ ਰਿਹਾ ਹੈ। ਉਹਦੀਆਂ ਦਿੱਤੀਆਂ ਹੋਈਆਂ ਵਸਤੂਆਂ ਦੇ ਉੱਪਰ ਹੀ ਅਹੰਕਾਰ ਕਰੀਏ ਤੇ ਸਾਧ ਸੰਗਤ ਜੀ ਅਸੀਂ ਬਖਸ਼ੇ ਨਹੀਂ ਜਾਵਾਂਗੇ, ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ। ਕੇਵਲ ਗੁਰੂ ਕਾ ਸਿੱਖ ਗੁਰੂ ਪਾਸੋਂ ਦਾਤਾਂ ਪ੍ਰਾਪਤ ਕਰਕੇ ਔਰ ਉਹਨਾਂ ਦਾ ਸ਼ੁਕਰਾਨਾ ਹੀ ਕਰਦਾ ਹੈ। ਅਹੰਕਾਰ ਉਹਨਾਂ ਵਿੱਚ ਆਉਂਦਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਿਨ੍ਹਾਂ ਨੂੰ ਗੁਰੂ ਦੀ ਦਿੱਤੀ ਹੋਈ ਦਾਤ ਪ੍ਰਾਪਤ ਹੋ ਜਾਂਦੀ ਹੈ, ਉਹ ਦਾਤ ਪ੍ਰਾਪਤ ਕਰਕੇ ਉਸ ਦਾਤ ਦੇ ਨਾਲ ਪ੍ਰੇਮ ਕਰਦੇ ਨੇ। ਫਿਰ ਉਹਨਾਂ ਨੂੰ ਦਾਤਾਂ ਦੇਣ ਵਾਲਾ ਜਿਹੜਾ ਦਾਤਾ ਹੈ ਉਹ ਵਿਸਰ ਜਾਂਦਾ ਹੈ। ਤੇ ਜਦੋਂ ਦਾਤਾ ਵਿਸਰ ਗਿਆ
ਉਦੋਂ ਫਿਰ ਮਨ ਦੇ ਵਿੱਚ ਅਹੰਕਾਰ ਜਿਹੜਾ ਹੈ ਉਹ ਜ਼ਰੂਰ ਆਵੇਗਾ। ਇਸ ਅਹੰਕਾਰ ਦੇ ਕਾਰਨ ਸਤਿਗੁਰੂ ਜੀ ਕਹਿੰਦੇ ਵੱਡੇ ਵੱਡੇ ਲੋਕ ਜਿਹੜੇ ਹਨ ਉਹ ਖਤਮ ਹੋ ਚੁੱਕੇ, ਵੱਡੇ ਵੱਡੇ ਲੋਕਾਂ ਦਾ ਜਿਹੜਾ ਹੈ ਉਹ ਨਾਸ਼ ਹੋ ਗਿਆ ਹੈ, ਕਿਉਂਕਿ ਇਹ ਅਹੰਕਾਰ ਮਨੁੱਖ ਨੂੰ ਸਾੜ ਦਿੰਦਾ ਹੈ। ਸਾਧ ਸੰਗਤ ਜੀ, ਅਹੰਕਾਰ ਦਾ ਦੂਜਾ ਨਾਮ ਹਉਮੈ ਹੈ। ਜਿਹੜਾ ਮਨੁੱਖ ਮੈਂ ਮੇਰੀ ਕਰਦਾ ਹੈ ਉਹਦੇ ਅੰਦਰ ਅਹੰਕਾਰ ਹੈ। ਜਿਹੜਾ ਮਨੁੱਖ ਕੇਵਲ ਇਹ ਬਚਨ ਕਰਦਾ ਹੈ ਕਿ ਕੇਵਲ ਮੈਂ ਹਾਂ ਇਸ ਧਰਤੀ ਦੇ ਉੱਪਰ, ਜਾਂ ਮੇਰੇ ਤੋਂ ਇਲਾਵਾ ਇਸ ਧਰਤੀ ਦੇ ਕਾਰੋਬਾਰ ਨਹੀਂ ਚੱਲ ਸਕਦੇ, ਜਾਂ ਮੇਰੇ ਤੋਂ ਇਲਾਵਾ ਇਸ ਧਰਤੀ ਦੇ ਵਿੱਚ ਕੋਈ ਵੱਡਾ ਸੂਰਮਾ ਨਹੀਂ ਹੈ, ਉਹਦੇ ਅਹੰਕਾਰ ਨੂੰ ਸਾੜਨ ਦੇ ਵਾਸਤੇ ਫਿਰ ਗੁਰੂ ਇਤਨੀ ਵੱਡੀ ਉਹਦੀ ਮੱਤ ਮਾਰਦਾ ਹੈ ਨਾ ਸਾਧ ਸੰਗਤ ਜੀ, ਉਹ ਫਿਰ ਧਰਤੀ ਤੋਂ ਇਸ ਸੈਫ ਤੋਂ ਉੱਠ ਨਹੀਂ ਸਕਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹੈ ਬੰਦਿਆ, ਅਹੰਕਾਰ ਨਾ ਕਰ, ਅਹੰਕਾਰ ਕਰੇਗਾ, ਹਉਮੈ ਕਰੇਗਾ, ਮਾਰਿਆ ਜਾਵੇਗਾ। ਕੇਵਲ ਇਹ ਸ਼ਿੰਗਾਰ ਆਪਣੇ ਹਿਰਦੇ ਅੰਦਰ ਧਾਰਨ ਕਰ, ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ। ਮਹਾਰਾਜ ਜੀ ਕਹਿੰਦੇ ਇਹ ਸ਼ਿੰਗਾਰ ਬਣਾ, ਤੇਰੇ ਮਨ ਦੇ ਵਿੱਚੋਂ ਅਹੰਕਾਰ ਜਿਹੜਾ ਹੈ ਉਹ ਗੁਰੂ ਕੀ ਬਾਣੀ ਪੜਿਆ ਨਿਕਲ ਜਾਵੇਗਾ। ਮਹਾਰਾਜ ਜੀ ਕਹਿੰਦੇ ਇਹ ਮਹਾਬਲੀ ਬੜੇ ਆਏ, ਪਰ ਇਹ ਅਹੰਕਾਰ ਦੇ ਕਾਰਨ ਸਾਰੇ ਹੀ ਮਾਰੇ ਗਏ ਹਨ। ਭਾਵੀ ਨੇ ਤੈਸੇ ਮਨ ਫੇਰਾ। ਹੁਣ ਇਹਦਾ ਪੈਂਦੇ ਖਾਂ ਦਾ ਮਨ ਹੀ ਜਿਹੜਾ ਭਾਵੀ ਨੇ ਹੋਣੀ ਨੇ ਫੇਰ ਦਿੱਤਾ, ਇਹ ਵਿਚਾਰਾ ਕੀ ਕਰਦਾ? ਲੈ ਵਸਤੂ ਵਦ ਗਰਭ ਕਨੇਰਾ। ਗੁਰੂ ਸਾਹਿਬ ਜੀ ਕੋਲੋਂ ਵਸਤੂਆਂ ਪ੍ਰਾਪਤ ਕਰਕੇ ਤੇ ਪਤਾ ਨਹੀਂ ਕਿਤਨਾ ਕੁ ਅਹੰਕਾਰ ਮਨ ਦੇ ਵਿੱਚ ਕਰ ਬੈਠਾ ਹੈ। ਨਿਜ ਵਡਿਆਈ ਅਦਕ ਵਿਚਾਰਤ। ਆਪਣੀ ਵਡਿਆਈ ਸਾਧ ਸੰਗਤ ਜੀ ਇਹ ਯਾਦ ਕਰਦਾ ਹੈ। ਕਹਿੰਦਾ ਗੁਰੂ ਨੇ ਮੈਨੂੰ ਬਖਸ਼ਿਸ਼ਾਂ ਤਾਂ ਦਿੱਤੀਆਂ ਹਨ ਕਿ ਮੈਂ ਜ਼ਿਆਦਾ ਬਲੀ ਹਾਂ, ਸਾਰੇ ਸਿੱਖਾਂ ਦੇ ਨਾਲੋਂ ਮੇਰਾ ਸਰੀਰ ਜਿਹੜਾ ਹੈ ਉਹ ਬਲਵਾਨ ਹੈ। ਢਿਗ ਨਿਜ ਗ੍ਰਾਮ ਗਇਓ ਹੰਕਾਰਤ। ਤੇ ਆਪਣੇ ਗ੍ਰਾਮ ਨਗਰ ਨੂੰ ਵਾਪਸ ਜਾਂਦਾ ਹੈ ਅਹੰਕਾਰਿਆ ਹੋਇਆ। ਮਨ ਦੇ ਵਿੱਚ ਅਹੰਕਾਰ ਰੂਪੀ ਈਰਖਾ ਰੂਪੀ ਦਵੈਸ਼ ਭਾਵਨਾ ਰੱਖ ਕਰਕੇ ਤੁਰਿਆ ਜਾਂਦਾ ਹੈ। ਛੱਡਿਓ ਆਏ ਆਗੇ ਦਾਮਾਦ। ਫਿਰ ਜਦੋਂ ਰਸਤੇ ਦੇ ਵਿੱਚ ਜਾ ਰਿਹਾ ਹੈ, ਅੱਗੇ ਇਹਦਾ ਦਮਾਦ ਜਿਹੜਾ ਹੈ ਉਹ ਚੜਿਆ ਆ ਰਿਹਾ ਹੈ। ਖਾਂ ਅਸਮਾਨ ਦੇਖ ਅਹਿਲਾਦ। ਇਹਦਾ ਦਮਾਦ ਜਿਹੜਾ ਹੈ ਅਸਮਾਨ ਖਾਂ, ਇਹਨੂੰ ਦੇਖ ਕਰਕੇ ਬੜਾ ਪ੍ਰਸੰਨ ਹੋਇਆ ਹੈ। ਬੂਝਿਓ ਇਹੋ ਤੁਰੰਗ ਕਬ ਪਾਇਓ। ਤੇ ਅਸਮਾਨ ਖਾਂ ਇਸ ਨੂੰ ਕਹਿਣ ਲੱਗਾ ਕਿ ਇਹ ਤੂੰ ਤੁਰੰਗ ਜਿਹੜਾ ਘੋੜਾ ਹੈ ਪੈਂਦੇ ਖਾਂ ਇਹ ਕਿੱਥੋਂ ਪ੍ਰਾਪਤ ਕੀਤਾ ਹੈ? ਤੂੰ ਇਹਦੀ ਪ੍ਰਾਪਤੀ ਕਿੱਥੋਂ, ਤੈਨੂੰ ਕਿੱਥੋਂ ਬਖਸ਼ਿਸ਼ ਹੋਇਆ ਹੈ? ਕੋਸ਼ਿਸ਼ ਨਹੀਂ ਪਹਿਰ ਕਿਤ ਆਇਓ। ਇਹ ਜਿਹੜੀ ਬੜੀ ਸੁੰਦਰ ਪੁਸ਼ਾਕ ਤੂੰ ਪਹਿਨੀ ਹੋਈ ਹੈ, ਇਹ ਪੁਸ਼ਾਕ ਤੇਰੇ ਕੋਲ ਕਿੱਥੋਂ ਆਈ ਹੈ? ਪ੍ਰਿਯ ਦਮਾਦ ਕੋ ਸਕਲ ਸੁਨਾਈ। ਫਿਰ ਅਸਮਾਨ ਖਾਨ ਨੂੰ ਪੈਂਦੇ ਖਾਂ ਆਪਣੀ ਸਾਰੀ ਵਾਰਤਾ ਸੁਣਾ ਰਿਹਾ ਹੈ। ਇਹੋ ਸਭ ਵਸਤ ਗੁਰੂ ਤੇ ਪਾਈ। ਕਹਿਣ ਲੱਗਾ ਇਹ ਜਿਹੜੀਆਂ ਵਸਤੂਆਂ ਹਨ ਇਹ ਮੈਂ ਗੁਰੂ ਦੇ ਕੋਲੋਂ ਪ੍ਰਾਪਤ ਕੀਤੀਆਂ ਹਨ। ਦੂਰ ਦੇਸ਼ ਤੇ ਇੱਕ ਸਿੱਖ ਲਿਆਇਓ। ਇਹ ਕਹਿਣ ਲੱਗਾ ਪੈਂਦੇ ਖਾਂ ਕਿ ਇੱਕ ਦੂਰੋਂ ਸਿੱਖ ਚੱਲ ਕਰਕੇ ਸਤਿਗੁਰੂ ਜੀਆਂ ਕੋਲ ਆਇਆ ਸੀ, ਔਰ ਉਹ ਆਣ ਕਰਕੇ ਸਤਿਗੁਰੂ ਜੀਆਂ ਨੂੰ ਉਹਨੇ ਇਹ ਵਸਤੂਆਂ ਭੇਟ ਕੀਤੀਆਂ ਸਨ। ਲੱਖੋਂ ਦਰਬ ਖਰਚ ਕਰ ਪਾਇਓ। ਤੇ ਉਹ ਲੱਖਾਂ ਹੀ ਰੁਪਈਏ ਧਨ ਜਿਹੜਾ ਖਰਚ ਕਰਕੇ ਇਹ ਲੈ ਕਰਕੇ ਆਇਆ ਸੀ। ਸ਼ੋਰਦਾਰ ਚੀਰਾ ਬਾਰ ਚੀਰ। ਇਹ ਜਿਹੜੀ ਪੁਸ਼ਾਕ ਹੈ ਇਹ ਬੜੀ ਹੀ ਸੁੰਦਰ ਹੈ। ਗੁਰ ਹਜ਼ੂਰ ਪਹਿਰਾਏ ਸਰੀਰ। ਕਹਿਣ ਲੱਗਾ ਇਹ ਮੈਨੂੰ ਗੁਰੂ ਜੀਆਂ ਨੇ ਆਪ ਆਪਣੀ ਹਜ਼ੂਰੀ ਦੇ ਵਿੱਚ ਬੁਲਾ ਕਰਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਪਹਿਨਾਈ ਹੈ। ਕਰ ਬਖਸ਼ਿਸ਼ ਕੋ ਹੁਕਮ ਪ੍ਰਕਾਸ਼ਾ। ਕਹਿਣ ਲੱਗਾ ਕਿ ਮੈਨੂੰ ਗੁਰੂ ਸਾਹਿਬ ਜੀਆਂ ਨੇ ਬਖਸ਼ਿਸ਼ ਕਰਦਿਆਂ ਹੋਇਆਂ, ਇਹ ਘੋੜਾ ਦਿੰਦਿਆਂ ਹੋਇਆਂ, ਪਹਿਸ਼ਾਕ ਪਣਾਉਂਦਿਆਂ ਹੋਇਆਂ ਇਹ ਹੁਕਮ ਕੀਤਾ ਹੈ। ਪਹਿਰੋ ਤਬ ਹੈ ਆਏ ਹਮ ਪਾਸਾ। ਤੁਸੀਂ ਜਦੋਂ ਵੀ ਸਾਡੇ ਕੋਲ ਆਵੋ ਇਹ ਪੁਸ਼ਾਕ ਜਿਹੜੀ ਹੈ, ਇਹ ਘੋੜਾ ਜਿਹੜਾ ਹੈ, ਇਹ ਸ਼ਸਤਰ ਜਿਹੜੇ ਹਨ ਇਹਨਾਂ ਨੂੰ ਪਹਿਨ ਕਰਕੇ ਆਉਣਾ ਕਰੋ। ਸੁਣ ਅਸਮਾਨ ਖਾਨ ਕਹਿ ਬੈਨ। ਜਦੋਂ ਇਹ ਅਸਮਾਨ ਖਾਨ ਨੇ ਫਿਰ ਸੁਣਿਆ ਹੈ,
ਉਹ ਬੜਾ ਪ੍ਰਸੰਨ ਹੋਇਆ ਹੈ। ਇਹੋ ਸਭ ਤੁਮਰੀ ਲਾਇਕ ਹੈ ਨਾ। ਤੇ ਅਸਮਾਨ ਖਾਨ ਕਹਿਣ ਲੱਗਾ, ਇਹ ਜਿਹੜੀਆਂ ਵਸਤੂਆਂ ਤੈਨੂੰ ਗੁਰੂ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤੀਆਂ ਨੇ ਨਾ, ਇਹ ਤੁਰੰਗ ਹੈ, ਇਹ ਪੋਸ਼ਾਕ ਹੈ। ਕਹਿਣ ਲੱਗਾ ਇਹ ਤੇਰੇ ਲਾਇਕ ਨਹੀਂ ਹਨ। ਤੁਮ ਹੋ ਵੱਡੇ ਛੋਟ ਮੋਹਿ ਜਾਨੋ। ਕਹਿਣ ਲੱਗਾ ਕਿ ਤੁਸੀਂ ਵੱਡੇ ਹੋ ਮੇਰੇ ਤੋਂ, ਮੈਨੂੰ ਛੋਟਾ ਜਾਣਨਾ ਕਰੋ। ਦੇਹੋ ਤੁਰੰਗ ਮੈਂ ਫੇਰਨ ਠਾਨੋ। ਇਸ ਦਾ ਦਮਾਦ ਸਾਧ ਸੰਗਤ ਜੀ ਇਹ ਕਹਿ ਰਿਹਾ ਹੈ, ਪੈਂਦੇ ਖਾਨ ਨੂੰ ਅਸਮਾਨ ਖਾਂ ਕਹਿ ਰਿਹਾ ਹੈ, ਇਹ ਜਿਹੜਾ ਘੋੜਾ ਹੈ, ਇਹ ਜਿਹੜੀ ਪੋਸ਼ਾਕ ਹੈ, ਇਹ ਤੂੰ ਮੈਨੂੰ ਦੇ ਦੇ ਛੋਟਾ ਜਾਣ ਕਰਕੇ। ਕੋਸ਼ਿਸ਼ ਦੀਜ ਹੈ ਹੋਤ ਸਕਾਰੇ। ਇਹ ਜਿਹੜੀ ਪੋਸ਼ਾਕ ਹੈ ਇਹਨੂੰ ਮੈਂ ਪਹਿਨ ਲਵਾਂ। ਉਚਿਤ ਬਾਤ ਕੋ ਲਿਹੋ ਵਿਚਾਰੇ। ਕਹਿੰਦਾ ਜੇ ਤੂੰ ਮੈਨੂੰ ਘੋੜਾ ਦੇ ਦਵੇਂ, ਇਹ ਪੋਸ਼ਾਕ ਦੇ ਦਵੇਂ, ਤਾਂ ਇਹ ਬੜੀ ਚੰਗੀ ਗੱਲ ਹੋਵੇਗੀ। ਪੈਂਦੇ ਕਹਿਓ ਨਾ ਇਮ ਬਨ ਆਵੇ। ਤੇ ਪੈਂਦੇ ਖਾਂ ਬੜੇ ਗੁੱਸੇ ਦੇ ਵਿੱਚ ਬੋਲਿਆ, ਕਹਿੰਦਾ ਨਾ ਜੀ ਐਵੇਂ ਨਹੀਂ ਹੋ ਸਕਦਾ। ਜਬ ਜਨ ਹੈ ਗੁਰ ਅਦਕ ਰਿਸਾਵੇ। ਕਹਿੰਦਾ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਸਾਨੂੰ ਬਖਸ਼ਿਸ਼ ਕੀਤੀਆਂ ਹਨ। ਜਦੋਂ ਗੁਰੂ ਸਾਹਿਬ ਜੀਆਂ ਨੂੰ ਪਤਾ ਲੱਗੇਗਾ ਉਹ ਸਾਨੂੰ ਗੁੱਸੇ ਹੋਣਗੇ। ਬਾਲ ਪਨੇ ਕੀ ਬਾਤ ਨਾ ਕੀਜੈ। ਆਪਣੇ ਦਾਮਾਦ ਨੂੰ ਬੋਲ ਰਿਹਾ ਹੈ ਕਿ ਇਹ ਬਚਪਨੇ ਦੀ ਗੱਲ ਨਾ ਤੁਸੀਂ ਕਰੋ। ਘਰ ਕੀ ਵਸਤ ਅਪਰ ਪੇਖ ਲੀਜੈ। ਕਹਿੰਦੇ ਹਾਂ ਠੀਕ ਹੈ, ਘਰ ਦੇ ਵਿੱਚ ਜੇਕਰ ਕੋਈ ਵਸਤੂ ਹੋਵੇਗੀ ਉਹ ਤੁਸੀਂ ਲੈ ਲਵੋ, ਮੈਂ ਇਹ ਵਸਤੂਆਂ ਬਖਸ਼ਿਸ਼ਾਂ ਤੁਹਾਨੂੰ ਨਹੀਂ ਦੇ ਸਕਦਾ ਹਾਂ। ਇਮ ਦਮਾਦ ਸੋ ਕਹਿ ਰਿਸ ਸੰਗਾ। ਇਵੇਂ ਦਮਾਦ ਨੂੰ ਫਿਰ ਗੁੱਸੇ ਦੇ ਨਾਲ ਕਹਿ ਕਰਕੇ ਪੈਂਦੇ ਖਾਂ ਗਮਨਿਓ ਅਗਰ ਕੁਦਾਏ ਤੁਰੰਗਾ। ਬੜੀ ਤੇਜ਼ੀ ਦੇ ਨਾਲ ਤੁਰੰਗ ਆਪਣਾ ਘੋੜਾ ਜਿਹੜਾ ਹੈ ਉਹ ਅੱਗੇ ਵੱਲ ਨੂੰ ਦੌੜਾ ਲੈਂਦਾ ਹੈ। ਫਿਰਿਓ ਗ੍ਰਾਮ ਕੇ ਗਿਰਦ ਦਿਖਾਵਤ। ਫਿਰ ਆਪਣੇ ਗ੍ਰਾਮ ਦੇ ਵਿੱਚ ਪਹੁੰਚ ਕਰਕੇ ਇਰਦ ਗਿਰਦ ਚਾਰ ਸ਼ਫੇਰੇ ਘੋੜੇ ਨੂੰ ਘਮਾਉਂਦਾ ਹੈ। ਸਭ ਗਰੀਅਨ ਕੇ ਬਿਖਾਏ ਫੰਦਾਵਤ। ਤੇ ਜਿੰਨੀਆਂ ਵੀ ਗ੍ਰਾਮ ਦੀਆਂ ਗਲੀਆਂ ਹਨ, ਛੋਟੀਆਂ ਵੱਡੀਆਂ, ਉਹਨਾਂ ਦੇ ਵਿੱਚ ਘੋੜੇ ਨੂੰ ਫੇਰਦਾ ਹੈ। ਨਿਜ ਉਤਮਤਾ ਕਰਹਿ ਜਨਾਵਨ। ਤੇ ਆਪਣੀ ਹੀ ਉਤਮਤਾ ਕਰੀ ਜਾਂਦਾ ਹੈ ਕਿ ਦੇਖੋ ਜੀ ਗੁਰੂ ਸਾਹਿਬ ਜੀਆਂ ਨੇ ਮੈਨੂੰ ਘੋੜਾ ਬਖਸ਼ਿਸ਼ ਕੀਤਾ ਹੈ, ਤਾਂ ਬਖਸ਼ਿਸ਼ ਕੀਤਾ ਹੈ ਕਿ ਮੈਂ ਬੜਾ ਵੱਡਾ ਬਲੀ ਯੋਧਾ ਹਾਂ, ਸੂਰਮਾ ਹਾਂ, ਇਸ ਕਰਕੇ ਮੈਨੂੰ ਗੁਰੂ ਸਾਹਿਬ ਜੀਆਂ ਨੇ ਇਹ ਬਖਸ਼ਿਸ਼ਾਂ ਦਿੱਤੀਆਂ ਹਨ। ਸਭ ਖਾਨਣ ਕੋ ਫੇਰ ਦਿਖਾਵਨ। ਤੇ ਜਿਹੜੇ ਉਹ ਖਾਨ ਨੇ ਉਹਨਾਂ ਨੂੰ ਫੇਰ ਕਰਕੇ ਉਹਨਾਂ ਦੇ ਅੱਗੇ ਪਿੱਛੇ ਘੋੜਾ ਘਮਾਉਂਦਾ ਹੈ। ਜੋ ਮਿਲ ਜਾਏ ਬਾਤ ਤਿਸ ਕਹੈ। ਜਿਹੜਾ ਵੀ ਫਿਰ ਇਹਨੂੰ ਮਿਲਦਾ ਹੈ ਉਹਨੂੰ ਕੇਵਲ ਇੱਕ ਹੀ ਬਾਤ ਸੁਣਾਉਂਦਾ ਹੈ। ਨਿਜ ਬਾਲ ਗੁਣ ਤੇ ਇਮ ਹਮਲ ਹੈ। ਕਹਿਣ ਲੱਗਾ ਕਿ ਮੈਂ ਆਪਣੇ ਬਲ ਦੇ ਨਾਲ ਗੁਰੂ ਸਾਹਿਬ ਜੀਆਂ ਪਾਸੋਂ ਇਹ ਘੋੜਾ ਜਿਹੜਾ ਹੈ, ਇਹ ਪੋਸ਼ਾਕ ਜਿਹੜੀ ਹੈ, ਇਹਨੂੰ ਪ੍ਰਾਪਤ ਕੀਤਾ ਹੈ। ਮੇਰੇ ਅੰਦਰ ਇਹ ਗੁਣ ਸਨ ਕਿ ਮੈਨੂੰ ਘੋੜੇ ਦੀ ਪ੍ਰਾਪਤੀ ਹੋਈ ਹੈ। ਜਦੋਂ ਸਾਧ ਸੰਗਤ ਜੀ ਆਪਣੇ ਗ੍ਰਾਮ ਨਗਰ ਦੇ ਅੰਦਰ ਫਿਰ ਕਰਕੇ ਇਹ ਸਾਰਿਆਂ ਨੂੰ ਇਹ ਬਚਨ ਕਰਦਾ ਹੈ ਕਿ ਦੇਖੋ ਮੈਨੂੰ ਗੁਰੂ ਸਾਹਿਬ ਜੀ ਕਿਤਨਾ ਪ੍ਰੇਮ ਕਰਦੇ ਨੇ। ਇੱਕ ਪਾਸੇ ਤੇ ਇਹ ਗੱਲ ਉਚਾਰਨ ਕਰਦਾ ਹੈ ਕਿ ਗੁਰੂ ਸਾਹਿਬ ਮੇਰੇ ਤੇ ਪ੍ਰਸੰਨ ਹੋਏ ਨੇ, ਔਰ ਦੂਜੇ ਪਾਸੇ ਇਹ ਬਚਨ ਕਰਦਾ ਹੈ ਕਿ ਗੁਰੂ ਸਾਹਿਬ ਜੀਆਂ ਨੇ ਮੇਰੀ ਪ੍ਰਸੰਨਤਾ ਮੇਰੇ ਉੱਪਰ ਪ੍ਰਸੰਨ ਹੋ ਕਰਕੇ, ਤੇ ਦੂਜੀ ਬਾਤ ਇਹ ਮੇਰਾ ਢੀਲ ਡੌਲ ਦੇਖ ਕਰਕੇ, ਗੁਰੂ ਸਾਹਿਬ ਨੇ ਮੇਰਾ ਬਲਵਾਨ ਤਗੜਾ ਸਰੀਰ ਦੇਖ ਕਰਕੇ ਇਹ ਵਸਤੂਆਂ ਜਿਹੜੀਆਂ ਹਨ ਉਹ ਸਾਨੂੰ ਪ੍ਰਾਪਤ ਕਰਕੇ ਪ੍ਰੇਮ ਦੇ ਵਜੋਂ ਸਾਧ ਸੰਗਤ ਜੀ ਇਹ ਸੋਚਦਾ ਹੈ ਸਾਨੂੰ ਭੇਟਾ ਕੀਤੀਆਂ ਹਨ। ਕਿਉਂਕਿ ਮਨ ਦੇ ਵਿੱਚ ਅਹੰਕਾਰ ਜਿਹੜਾ ਸੀ ਉਹ ਬਹੁਤਾ ਆ ਗਿਆ ਨਾ, ਤੇ ਜਦੋਂ ਮਨ ਦੇ ਵਿੱਚ ਅਹੰਕਾਰ ਆਵੇ ਤੇ ਸਾਧ ਸੰਗਤ ਜੀ ਬਹੁਤਾ ਚਿਰ ਬਹੁਤਾ ਸਮਾਂ ਜਿਹੜਾ ਹੈ ਉਹ ਟਿਕਿਆ ਨਹੀਂ ਜਾਂਦਾ। ਕਿਉਂਕਿ ਮਹਾਰਾਜ ਜੀ ਗੁਰਬਾਣੀ ਦੇ ਅੰਦਰ ਬਚਨ ਕਰਦੇ ਹਨ ਨਾ, ਕਹਿੰਦੇ ਧਨਵੰਤਾ ਹੋਏ ਕਰ ਗਰਭਾਵੈ, ਤ੍ਰਿਣ ਸਮਾਨ ਕਛ ਸੰਗ ਨਾ ਜਾਵੇ। ਕਹਿੰਦੇ ਜਿਹੜਾ ਮਨੁੱਖ ਧਨਵਾਨ ਹੋ ਕਰਕੇ ਗਰਭ ਕਰੇ ਜਾਂ ਗੁਰੂ ਦੀ ਦਿੱਤੀ ਹੋਈ ਦਾਤ ਨੂੰ ਲੈ ਕਰਕੇ ਪ੍ਰਾਪਤ ਕਰਕੇ ਗਰਭ ਕਰੇ, ਅਹੰਕਾਰ ਵਧਾਵੇ, ਆਪਣਾ ਮਨ ਦੇ ਵਿੱਚ ਲੋਭ ਕਰੇ, ਗੁਰੂ ਦੇ ਨਾਲ ਹੀ ਫਿਰ ਈਰਖਾ ਕਰੀ ਜਾਵੇ, ਗੁਰੂ ਦੇ ਨਾਲ ਹੀ ਫਿਰ ਐਸੇ ਬਚਨ ਕਰੇ ਕਿ ਗੁਰੂ ਤਾਂ ਪ੍ਰਸੰਨ ਹੁੰਦਾ ਹੈ, ਜਾਂ ਗੁਰੂ ਨੂੰ ਇਹ ਕਵੇ ਕਿ ਮੇਰੇ ਤੋਂ ਬਗੈਰ ਤਾਂ ਗੁਰੂ ਜੰਗ ਹੀ ਨਹੀਂ ਜਿੱਤ ਸਕਦੇ,
ਸਾਧ ਸੰਗਤ ਜੀ ਐਸੇ ਐਸੇ ਬਚਨ ਜਿਹੜੇ ਹਨ ਉਹ ਪੈਂਦੇ ਖਾਨ ਨੇ ਆਪਣੀ ਰਸਨਾ ਤੋਂ ਕੀਤੇ, ਪਰ ਮਹਾਰਾਜ ਜੀ ਕਹਿੰਦੇ ਤਨਵੰਤਾ ਹੋਏ ਕਰ ਗਰਭਾਵੈ, ਤ੍ਰਿਣ ਸਮਾਨ ਕਾ ਸੰਗ ਨਾ ਜਾਵੇ। ਕਹਿੰਦੇ ਇੱਕ ਤੀਲੇ ਜਿੰਨਾ ਵੀ ਫਿਰ ਉਹਦੇ ਨਾਲ ਕੁਝ ਜਾਂਦਾ ਨਹੀਂ। ਬਹੁ ਲਸਕਰ ਮਾਨਕ ਉੱਪਰ ਕਰੇ ਆਸ, ਪਲ ਭੀਤਰ ਤਾਂ ਕਾ ਹੋਏ ਵਿਨਾਸ਼। ਕਹਿੰਦੇ ਇਹ ਲਸ਼ਕਰ ਦੇਖ ਕਰਕੇ, ਲੋਕਾਂ ਦੇ ਤਮਾਸ਼ੇ ਦੇਖ ਕਰਕੇ, ਇਹ ਰੌਣਕਾਂ ਨੂੰ ਦੇਖ ਕਰਕੇ ਮਨੁੱਖ ਜੇਕਰ ਗੁਮਾਨ ਕਰੇ, ਪਲ ਭੀਤਰ ਤਾਂ ਕਾ ਹੋਏ ਵਿਨਾਸ਼। ਮਹਾਰਾਜ ਜੀ ਕਹਿੰਦੇ ਫਿਰ ਉਹਦਾ ਵਿਨਾਸ਼ ਹੋ ਜਾਂਦਾ ਹੈ, ਉਹਦਾ ਖਾਤਮਾ ਹੋ ਜਾਂਦਾ ਹੈ। ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾ ਆਵੇ। ਜਿਹੜਾ ਆਪਣੇ ਆਪ ਨੂੰ ਹੀ ਭਲਾ ਆਖੀ ਜਾਵੇ, ਆਪਣੇ ਆਪ ਨੂੰ ਹੀ ਚੰਗਾ ਆਖੀ ਜਾਵੇ, ਕਿਉਂਕਿ ਗੁਰੂ ਦਾ ਐਸਾ ਸੂਰਮਾ ਹੈ ਨਾ ਸਾਧ ਸੰਗਤ ਜੀ, ਇੱਕ ਇੱਕ ਦੇ ਨਾਲ ਸਵਾ ਸਵਾ ਲੱਖ ਨੂੰ ਲੜਾਉਣ ਵਾਲਾ ਹੈ ਗੁਰੂ। ਗੁਰੂ ਦੇ ਵਿੱਚ ਇਤਨੀ ਸਮਰੱਥਾ ਹੈ। ਪਰ ਜੇਕਰ ਕੋਈ ਗੁਰੂ ਦੇ ਕੋਲ ਲੈ ਕਰਕੇ ਇਹ ਬਚਨ ਕਰੇ ਕਿ ਮੇਰੇ ਤੋਂ ਇਲਾਵਾ ਗੁਰੂ ਸਾਹਿਬ ਇਵੇਂ ਨਹੀਂ ਕਰ ਸਕਦੇ, ਜਾਂ ਗੁਰੂ ਸਾਹਿਬ ਮੇਰੇ ਕਰਕੇ ਹੀ ਪ੍ਰਸੰਨ ਹੋ ਰਹੇ ਸਨ, ਪਰ ਸਾਧ ਸੰਗਤ ਜੀ ਇਹ ਬੜੀ ਵੱਡੀ ਮੂਰਖਤਾ ਹੈ। ਕਿਉਂਕਿ ਗੁਰੂ ਅੰਤਰਜਾਮੀ ਹੈ, ਗੁਰੂ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਣਨਹਾਰ। ਉਹ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਔਰ ਹਿਰਦੇ ਦੀ ਗੱਲ ਜਾਣਦਾ ਹੈ। ਸਾਧ ਸੰਗਤ ਜੀ ਆਪ ਜਿਸ ਅਸਥਾਨ ਦੇ ਉੱਪਰ ਬੈਠ ਕਰਕੇ ਸਤਿਗੁਰੂ ਜੀਆਂ ਦੀ ਵਡਿਆਈ ਸਰਵਣ ਕਰ ਰਹੇ ਹੋ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਜਦੋਂ ਪਤਾ ਲੱਗਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੀ ਬੇਅਦਬੀ ਕੀਤੀ ਹੈ ਅਬਦਾਲੀ ਨੇ, ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀਆਂ ਨੇ ਗੁਰੂ ਅੱਗੇ ਡੰਡੌਤਾਂ ਕੀਤੀਆਂ, ਬੰਦਨਾ ਕੀਤੀਆਂ ਕਿ ਮੇਰੇ ਵਿੱਚ ਕੁਝ ਵੀ ਨਹੀਂ, ਆਪ ਸਾਨੂੰ ਸਮਰੱਥਾ ਬਖਸ਼ਿਸ਼ ਕਰੋ। ਤੁਹਾਡੀ ਕਿਰਪਾ ਦੇ ਨਾਲ ਇਹ ਹੋ ਰਹੀ ਬੇਅਦਬੀ ਦਾ ਬਦਲਾ ਜਿਹੜਾ ਹੈ ਉਹ ਲਿਆ ਜਾਵੇਗਾ। ਮਨ ਦੇ ਵਿੱਚ ਅਹੰਕਾਰ ਨਹੀਂ, ਮਨ ਦੇ ਵਿੱਚ ਈਰਖਾ ਨਹੀਂ, ਗੁਰੂ ਉੱਪਰ ਸ਼ਰਧਾ ਹੈ ਔਰ ਜੋ ਗੁਰੂ ਨੇ ਬਚਨ ਕੀਤਾ ਉਹਨੂੰ ਸਤ ਕਰਕੇ ਮੰਨਿਆ ਹੈ। ਤੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀਆਂ ਨੇ ਅਰਦਾਸ ਕਰਕੇ, ਫਿਰ ਆਪ ਸਰਬੱਤ ਸੰਗਤਾਂ ਜਾਣਦੇ ਹੋ, ਇਤਨੇ ਜਾਹੋ ਜਲਾਲ ਦੇ ਅੰਦਰ ਰਹਿ ਕਰਕੇ ਗੁਰੂ ਦੇ ਹੁਕਮ ਦੇ ਵਿੱਚ ਚੱਲਦਿਆਂ ਹੋਇਆਂ, ਸਾਧ ਸੰਗਤ ਜੀ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹਨੂੰ ਪ੍ਰਤੱਖ ਕਰਕੇ ਦਿਖਾਇਆ ਹੈ। ਮਨ ਦੇ ਵਿੱਚ ਅਹੰਕਾਰ ਹੋਵੇ ਤੇ ਕੁਝ ਵੀ ਅਸਫਲ ਨਹੀਂ ਹੋ ਸਕਦਾ। ਜੇਕਰ ਸਫਲਤਾ ਪ੍ਰਾਪਤ ਹੋਵੇਗੀ ਤਾਂ ਹੀ ਹੋਵੇਗੀ ਜੇ ਗੁਰੂ ਦੇ ਨਾਲ ਪ੍ਰੇਮ ਹੈ, ਗੁਰੂ ਦੇ ਹੁਕਮ ਦੇ ਵਿੱਚ ਬੱਝੇ ਹੋਏ ਹਾਂ, ਤਾਂ ਗੁਰੂ ਫਿਰ ਸਫਲਤਾ ਬਖਸ਼ਿਸ਼ ਕਰਦਾ ਹੈ। ਪਰ ਜਿਹੜੇ ਮਨੁੱਖ ਅਹੰਕਾਰ ਕਰਦੇ ਨੇ, ਮਹਾਰਾਜ ਕਹਿੰਦੇ ਉਹ ਮਾਰੇ ਜਾਂਦੇ ਨੇ ਭਾਈ। ਅਹੰਕਾਰ ਉਹਨਾਂ ਦਾ ਖਾਤਮਾ ਕਰ ਦਿੰਦਾ ਹੈ। ਉਹੀ ਜੀਵ ਸੁਖੀ ਨੇ ਜਿਹੜੇ ਅਹੰਕਾਰ ਨੂੰ ਤਿਆਗ ਕਰਕੇ ਗੁਰੂ ਦੇ ਭਾਣੇ ਦੇ ਵਿੱਚ ਚੱਲਦੇ ਹਨ। ਜਦੋਂ ਸਤਿਗੁਰੂ ਜੀ ਪੈਂਦੇ ਖਾਂ ਨੂੰ ਇਹ ਬਖਸ਼ਿਸ਼ਾਂ ਕਰ ਰਹੇ ਹਨ, ਪੈਂਦੇ ਖਾਂ ਬੜਾ ਅਹੰਕਾਰ ਦੇ ਵਿੱਚ ਆਉਂਦਾ ਹੈ, ਆਪਣੇ ਮਨ ਦੇ ਵਿੱਚ ਹੀ ਅਹੰਕਾਰ ਕਰੀ ਜਾਂਦਾ ਕਿ ਪਤਾ ਨਹੀਂ ਮੈਂ ਕਿਤਨਾ ਕੁ ਵੱਡਾ ਸੂਰਮਾ ਹਾਂ। ਆਉਣ ਵਾਲੀ ਕਥਾ ਦੇ ਵਿੱਚ ਆਪ ਜੀ ਸਰਵਣ ਕਰੋਗੇ, ਫਿਰ ਗੁਰੂ ਸਾਹਿਬ ਜੀਆਂ ਦਾ ਪਾਲਿਆ ਹੋਇਆ ਇਹ ਸੂਰਮਾ ਈਰਖਾ ਦੇ ਕਾਰਨ ਸਾਧ ਸੰਗਤ ਜੀ ਗੁਰੂ ਸਾਹਿਬ ਜੀਆਂ ਦੇ ਉੱਪਰ ਹੀ ਚੜ੍ਹ ਕਰਕੇ ਆ ਰਿਹਾ, ਤੇ ਗੁਰੂ ਸਾਹਿਬ ਨੂੰ ਕਹਿੰਦਾ ਹੈ ਮੈਂ ਤੁਹਾਡੇ ਕੋਲੋਂ ਵਾਰ ਜਿਹੜੇ ਹਨ ਉਹ ਸਿੱਖੇ ਨੇ, ਜੰਗ ਮੈਨੂੰ ਲੜਨਾ ਆਉਂਦਾ ਹੈ, ਮੈਂ ਤੁਹਾਡੇ ਸਾਰੇ ਵਾਰ ਰੋਕਣੇ ਜਾਣਦਾ ਹਾਂ। ਪਰ ਗੁਰੂ ਜਿਹੜਾ ਹੈ ਸਾਧ ਸੰਗਤ ਜੀ ਉਹ ਗੁਰੂ ਹੀ ਹੈ ਨਾ ਸਾਧ ਸੰਗਤ। ਗੁਰੂ ਜਿਤਨਾ ਬਲੀ ਕੌਣ ਹੋ ਸਕਦਾ ਹੈ? ਗੁਰੂ ਤੇ ਇਤਨਾ ਵੀਰਤਾ ਦੇ ਨਾਲ ਭਰਿਆ ਹੈ। ਜੇਕਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਾਲੇ ਖਾਂ ਦੇ ਉੱਪਰ ਆਪਣਾ ਵਾਰ ਕਰਦੇ ਨੇ ਨਾ, ਤੇ ਸਾਧ ਸੰਗਤ ਜੀ ਕਾਲੇ ਖਾਂ ਘੋੜੇ ਦੇ ਉੱਪਰ ਸਵਾਰ ਹੈ, ਮਹਾਰਾਜ ਆਪਣੇ ਤੇਗੇ ਦੇ ਨਾਲ ਇਤਨੀ ਜ਼ੋਰ ਦੇ ਨਾਲ ਵਾਰ ਕਰਦੇ ਨੇ ਕਿ ਸਿਰ ਤੋਂ ਲੈ ਕਰਕੇ ਘੋੜੇ ਦੀ ਕਾਠੀ ਤੱਕ ਵੱਢ ਦਿੰਦੇ ਨੇ। ਮਹਾਰਾਜ ਜੀਆਂ ਅੰਦਰ ਇਤਨੀ ਵੀਰਤਾ, ਇਤਨਾ ਜੋਸ਼ ਹੈ। ਔਰ ਜੇਕਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੀ ਨਿਮਰਤਾ ਦੇਖੀਏ, ਤੇ ਸਤਿਗੁਰੂ ਜੀ ਜੰਗਲਾਂ ਦੇ ਵਿੱਚੋਂ ਜਾਂਦੇ, ਬਗੀਚੇ ਦੇ ਵਿੱਚੋਂ ਜਾਂਦੇ, ਜੇਕਰ ਚੋਲੇ ਦੀਆਂ ਕਲੀਆਂ ਫੁੱਲਾਂ ਨੂੰ ਵੱਜਦੀਆਂ ਨਾ, ਸਤਿਗੁਰੂ ਜੀ ਤਾਂ ਵੀ ਦੁੱਖ ਮਹਿਸੂਸ ਕਰਦੇ ਕਿ ਇਹ ਫੁੱਲਾਂ ਦੀਆਂ ਜਿਹੜੀਆਂ ਪੱਤੀਆਂ ਹਨ, ਕੋਮਲਤਾ ਹੈ ਫੁੱਲਾਂ ਦੀ, ਇਹ ਖਰਾਬ ਨਾ ਹੋ ਜਾਵੇ। ਸਾਧ ਸੰਗਤ ਸਤਿਗੁਰੂ ਜੀ ਕਿਰਪਾ ਕਰਨ, ਧਨਵੰਤਾ ਹੋਏ ਕਰ ਗਰਬਾਵੇ, ਤ੍ਰਿਣ ਸਮਾਨ ਕਾ ਸੰਗ ਨਾ ਜਾਵੇ।
ਬਹੁ ਲਸਕਰ ਮਾਨਕ ਊਪਰ ਕਰੇ ਆਸ, ਪਲ ਭੀਤਰਤਾ ਕਾ ਨਹੀਂ ਬਨਾਸ। ਸਤਿਗੁਰੂ ਜੀ ਕਿਰਪਾ ਕਰਨ ਇਹ ਹੰਕਾਰ ਸਾਡੇ ਵਿੱਚੋਂ ਨਿਕਲ ਜਾਵੇ। ਅਗੇਰੀ ਕਥਾ ਆਪ ਜੀ ਕੱਲ ਸਰਵਣ ਕਰੋਗੇ। ਸਤਿਗੁਰੂ ਜੀ ਕਿਰਪਾ ਕਰਨ ਸਾਧ ਸੰਗਤ ਜੀ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀਆਂ ਦਾ ਜਨਮ ਦਿਹਾੜਾ ਆ ਰਿਹਾ ਹੈ ਔਰ ਸਰਬੱਤ ਸੰਗਤਾਂ ਨਾਮਲੇਵਾ ਸੰਗਤਾਂ ਜਨਮ ਦਿਹਾੜੇ ਦੀ ਤਿਆਰੀ ਦੇ ਵਿੱਚ ਰੁੱਝੀਆਂ ਹੋਈਆਂ ਹਨ। ਦਾਸ ਆਪ ਜੀਆਂ ਨੂੰ ਧੰਨ ਬਾਬਾ ਦੀਪ ਸਿੰਘ ਜੀਆਂ ਦੇ ਜਨਮ ਦਿਹਾੜੇ ਦੀ ਮੁਬਾਰਕ ਦਿੰਦਾ ਹੈ। ਕੋਟਾਨ ਕੋਟ ਆਪ ਸਰਬੱਤ ਸੰਗਤਾਂ ਜੀ ਭਲੇ ਹੋ ਔਰ ਆਪ ਸਰਬੱਤ ਸੰਗਤਾਂ ਵਧਾਈ ਦੇ ਪਾਤਰ ਹੋ ਜੋ ਦੂਰ ਦਰਾਡਿਆਂ ਤੋਂ ਚੱਲ ਕਰਕੇ ਬਾਬਾ ਜੀਆਂ ਦੇ ਸਥਾਨ ਦੇ ਉੱਪਰ ਨਤਮਸਤਕ ਹੋ ਰਹੇ ਹੋ। ਆਓ ਬੜੇ ਪ੍ਰੇਮ ਸਹਿਤ 2 ਮਿੰਟ ਵਾਸਤੇ ਮੇਰੇ ਮਗਰ ਮਗਰ ਆਪ ਜੀ ਜਪੋ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ, 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 ਧੰਨ ਧੰਨ ਬਾਬਾ ਦੀਪ ਸਾਰੀ ਸੰਗਤ ਧੰਨ ਧੰਨ ਬਾਬਾ ਦੀਪ ਸਿੰਘ ਜੀ, 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 ਧੰਨ ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ। ਸਾਧ ਸੰਗਤ ਜੀ ਸਤਿਗੁਰੂ ਜੀ ਕਿਰਪਾ ਕਰਨ। ਦਾਸ ਦੇ ਪਾਸੋਂ ਗੁਰ ਇਤਿਹਾਸ ਦੀ ਕਥਾ ਕਰਦਿਆਂ ਹੋਇਆਂ, ਗੁਰਬਾਣੀ ਦੀ ਕਥਾ ਕਰਦਿਆਂ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਹਨ। ਅਣਜਾਣ ਹਾਂ, ਭੁੱਲਾਂ ਹੋਣੀਆਂ ਸੁਭਾਵਿਕ ਨੇ। ਸਤਿਗੁਰੂ ਜੀ ਬਖਸ਼ਣਹਾਰ ਹਨ, ਬਖਸ਼ ਲੈਣ। ਅਗਾਂਹ ਵਾਸਤੇ ਕਿਰਪਾ ਕਰਨ। ਸ਼ਰਧਾ ਭਾਵਨਾ ਦੇ ਨਾਲ ਆਪਣੀ ਵਡਿਆਈ ਸੋਭਾ ਆਪ ਵਿੱਚ ਵਰਤ ਕਰਕੇ ਕਰਵਾ ਲੈਣ। ਆਪ ਸਰਬੱਤ ਸੰਗਤਾਂ ਦਾ ਧੰਨਵਾਦ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦਾ ਕੋਟਾਨ ਕੋਟ ਧੰਨਵਾਦ। ਧੰਨ ਧੰਨ ਬਾਬਾ ਦੀਪ ਸਿੰਘ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਨੇ ਆਪਣੇ ਪਾਵਨ ਇਤਿਹਾਸਿਕ ਅਸਥਾਨ ਦੀ ਸੇਵਾ ਬਖਸ਼ਿਸ਼ ਕੀਤੀ। ਸਿੰਘ ਸਾਹਿਬ ਜੀ, ਦਇਆ ਸਿੰਘ ਜੀ ਹੋਣਾ ਦਾ ਸ਼ੁਕਰਾਨਾ ਜਿਹੜੇ ਦਾਸ ਦੇ ਨਾਲ ਕਥਾ ਪੜ੍ਹਾ ਰਹੇ ਹਨ। ਆਓ ਬੜੇ ਪ੍ਰੇਮ ਸਹਿਤ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਜੋ ਮਿਲ ਜਾਏ ਬਾਤ ਤਿਸ ਕਹੈ, ਨਿਜ ਬਾਲ ਗੁਣ ਤੇ ਇਮ ਹਮ ਲਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।